ਸੀਐਮ ਕਿਹਨੂੰ ਦੇਖਣਾ ਚਾਹੁੰਦੇ ਹੋ? ਸੁਖਬੀਰ ਸਿੰਘ ਬਾਦਲ, ਜਸਵੀਰ ਸਿੰਘ ਗੜੀ? ਪਾਰਟੀਆਂ ਦਾ ਸਮਝੌਤਾ ਆ। ਕਾਸ਼ੀ ਰਾਮ ਜੀ ਪੰਜਾਬ ਦੇ ਸਨ, ਉਹਨਾਂ ਨੇ ਐਡੀ ਮਿਹਨਤ ਕਰਕੇ ਇੱਕ ਨੈਸ਼ਨਲ ਪਾਰਟੀ ਖੜੀ ਕਰਤੀ, ਪਰ ਪੰਜਾਬ 'ਚ ਅੱਜ ਤੱਕ ਸਰਕਾਰ ਕਿਉਂ ਨਹੀਂ ਬਣ ਪਾਈ? 20 ਐਮਐਲਏ ਜਿੱਤੇ, 12-13 ਭੱਜ ਗਏ। ਇੰਡੀਪੈਂਡੈਂਟ ਕਿਉਂ ਨਹੀਂ? ਕਿਉਂ ਅਕਾਲੀ ਦਲ ਦਾ ਸਹਾਰਾ ਲੈਣਾ ਪੈ ਰਿਹਾ? ਸੀਐਮ ਦੇ ਯੋਗ ਤੁਸੀਂ ਕਿਹਨੂੰ ਮੰਨਦੇ ਹੋ? ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਜਾਂ ਕੋਈ ਹੋਰ? ਨਹੀਂ, ਸੀਐਮ ਚਰਨਜੀਤ ਸਿੰਘ ਚੰਨੀ ਨੂੰ ਇਹਨਾਂ ਨੂੰ ਲਾਣਨਾ ਚਾਹੀਦਾ ਜੀ। ਕੀ ਹੁਣ ਬਸਪਾ ਦਾ ਸੀਐਮ ਨਹੀਂ ਬਣ ਸਕਦਾ ਪੰਜਾਬ ਦੇ ਵਿੱਚ? ਕਾਂਗਰਸ ਕੋਲ ਤੁਹਾਡੇ ਨਾਲੋਂ 2 ਸੀਟਾਂ ਘੱਟ ਸੀਗੀਆਂ, ਅਲਾਈਅੰਸ ਕਿਉਂ ਟੁੱਟਿਆ? ਇਹ ਲਿਖ ਲਿਓ ਗੱਲ ਮੇਰੀ, 7% ਮਸੀਂ ਬਚਣੀ ਆ, ਬੁਰਾ ਹਾਲ ਹੋਏ। ਪਰ ਉਹ ਤਾਂ ਦਾਅਵਾ ਕਰ ਰਹੇ ਨੇ ਕਿ ਅਸੀਂ ਸਰਕਾਰ ਬੁਰਾ ਹਾਲ ਬਣਾਵਾਂਗੇ। ਜੀ, ਬੁਰਾ। ਜੇ ਮੰਨ ਲਓ ਭਗਵੰਤ ਮਾਨ ਨੂੰ ਸੀਐਮ ਕੈਂਡੀਡੇਟ ਅਨਾਉਂਸ ਕਰ ਦਿੱਤਾ, 5 ਕੰਮ ਤੁਸੀਂ ਗਿਣਾਓ ਕਿ ਕਿਹੜੇ ਤੁਹਾਡੀ ਪਾਰਟੀ ਨੇ ਕੀਤੇ। ਐਤਕੀ ਤਾਂ ਨਹੀਂ ਉਹੀ ਗੱਲ ਹੋਊ ਕਿ ਇਲੈਕਸ਼ਨ ਤੋਂ ਬਾਅਦ ਇਹ ਅਲਾਈਅੰਸ ਟੁੱਟ ਜਾਊ? ਕਿੰਨੀ ਕੁ ਨਿਭਣ ਵਾਲੀ ਹੈ? ਅਸੀਂ ਪਹਿਲੇ ਦਿਨ ਹੀ ਕਿਹਾ ਸੀਗਾ, ਇਹ ਕਾਂਗਰਸ ਨੇ ਦਲਿਤਾਂ ਨਾਲ ਵਿਸ਼ਵਾਸਘਾਤ ਕੀਤਾ। ਨੌਕਰੀ ਛੱਡ ਕੇ ਤੁਸੀਂ ਅਕਾਲੀਆਂ ਦੇ ਨਾਲ ਗੱਠਜੋੜ ਕਰਕੇ ਕੀ ਖੱਟ ਲਓਗੇ? ਇਹ ਕਾਂਗਰਸ ਇਦਾਂ ਦੇ ਨਕਲ ਬ੍ਰਾਂਡ ਲਿਆ ਕੇ ਰੱਖਦੀ, ਉਹ ਮੇਲਿਆਂ ਮੂਲਿਆਂ ਤੇ ਵਿਕਣ ਵਾਲੇ ਨੇ। ਲੋਕਾਂ ਦਾ ਇਹ ਕਹਿਣਾ ਹੈ ਕਿ ਅਕਾਲੀਆਂ ਨੂੰ ਤਾਂ ਫਾਇਦਾ ਹੋ ਸਕਦਾ ਹੈ ਤੁਹਾਡੀਆਂ ਸੀਟਾਂ ਦਾ, ਪਰ ਤੁਹਾਨੂੰ ਨਹੀਂ ਕੋਈ ਹੋਣਾ। ਸ਼੍ਰੋਮਣੀ ਅਕਾਲੀ ਦਲ ਅੱਜ ਵੀ ਦੂਜੇ ਨੰਬਰ ਦੀ ਵੱਡੀ ਪਾਰਟੀ ਆ। ਬੀਜੇਪੀ ਦੇ ਕਰਕੇ ਹੀ ਲੋਕ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਇਹ ਹਾਲਾਤ ਨੇ। ਲੋਕ ਪੰਜਾਬ ਦੇ ਮੰਨਦੇ ਨੇ ਕਿ ਭੈਣ ਮਾਇਆਵਤੀ ਪੰਜਾਬ ਦੇ ਵਿੱਚ ਜਿੱਤਣ ਲਈ ਚੋਣਾਂ ਨਹੀਂ ਲੜਦੇ। 20 ਦੇ ਵਿੱਚੋਂ ਕਿੰਨਾ ਤੁਸੀਂ ਮੰਨਦੇ ਹੋ? ਗੁਰੂ ਸਾਹਿਬ ਸਾਨੂੰ 20 ਦੀਆਂ 20 ਜਿਤਾਓ। ਜੱਟ ਆਪਣੀ ਜਾਤ ਦਾ ਹੰਕਾਰ ਕਰਦੇ ਨੇ, ਤਾਂ ਕੀ ਇਹ ਗੱਲ ਹੈ ਜਿਹੜੀ ਉਹ ਦਲਿਤ ਭਾਈਚਾਰੇ ਤੇ ਵੀ ਨਹੀਂ ਟੁੱਕਦੀ ਹੈਗੀ? ਬਸਪਾ ਦੇ ਬਾਨੀ ਕਾਸ਼ੀ ਰਾਮ ਕਹਿੰਦੇ ਹੁੰਦੇ ਸੀ ਕਿ ਸਾਡੀ ਪਾਰਟੀ ਦਾ ਚੋਣ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੂਹਰੇ ਲੈ ਕੇ ਚੱਲਦੇ ਸੀ, ਕਦੇ ਵੀ ਮੈਨੀਫੈਸਟੋ ਜਾਰੀ ਨਹੀਂ ਸੀ ਕੀਤਾ। ਰੂਪਨਗਰ ਜ਼ਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ 'ਚੋਂ ਉੱਠ ਕੇ ਪਾਰਟੀ ਬਣਾਈ ਸੀ ਬਹੁਜਨ ਸਮਾਜ ਪਾਰਟੀ, ਜਿਹੜੀ ਕਿ ਅੱਜ ਪੂਰੇ ਦੇਸ਼ ਦੇ ਵਿੱਚ ਇੱਕ ਨੈਸ਼ਨਲ ਪਾਰਟੀ ਦੇ ਵਜੋਂ, ਵੱਡੀ ਪਾਰਟੀ ਦੇ ਵਜੋਂ ਮੰਨੀ ਜਾਂਦੀ ਹੈ। ਪੰਜਾਬ ਦੇ ਵਿੱਚ ਬਸਪਾ ਦਾ ਜਿਹੜਾ ਗੱਠਜੋੜ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋਇਆ ਹੈ ਚੋਣਾਂ 2022 ਦੇ ਲਈ, ਪੰਜਾਬ ਅਸੈਂਬਲੀ ਦੇ ਲਈ। ਸਾਡੇ ਨਾਲ ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਹੈਗੇ ਨੇ। ਭਾਈ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਜੀ ਦਾ ਖਾਲਸ ਟੀਵੀ ਤੇ। ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਜਸਵੀਰ ਸਿੰਘ ਜੀ, 1996 ਦੇ ਵਿੱਚ ਵੀ ਗੱਠਜੋੜ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਪਹਿਲਾਂ ਗੱਠਜੋੜ ਦੀ ਆਪਾਂ ਗੱਲ ਕਰਦੇ ਹਾਂ, ਉਦੋਂ ਬਹੁਤ ਵਧੀਆ ਨਤੀਜੇ ਆਏ ਸੀਗੇ। ਜੇ ਲੋਕ ਸਭਾ ਦੀ ਆਪਾਂ ਗੱਲ ਕਰ ਲਈਏ, 13 ਦੇ ਵਿੱਚੋਂ 8 ਸੀਟਾਂ ਸ਼੍ਰੋਮਣੀ ਅਕਾਲੀ ਦਲ, 3 ਤੁਹਾਡੇ ਕੋਲ ਸੀ। ਕਾਂਗਰਸ ਕੋਲ ਤੁਹਾਡੇ ਨਾਲੋਂ 2 ਸੀਟਾਂ ਘੱਟ ਸੀਗੀਆਂ। ਅਲਾਈਅੰਸ ਕਿਉਂ ਟੁੱਟਿਆ? ਕਿਹਨੇ ਤੋੜਿਆ? ਅਕਾਲੀ ਦਲ ਨੇ, ਬਹੁਜਨ ਸਮਾਜ ਪਾਰਟੀ ਨੇ? ਨੋ ਡਾਊਟ ਜਿਹੜੇ ਹਾਲਾਤ ਸੀ, ਉਹਨਾਂ ਹਾਲਾਤਾਂ ਨੇ ਹੀ ਉਹ ਗੱਠਜੋੜ ਤੋੜਿਆ ਜੀ। ਹਾਲਾਂਕਿ ਵੱਡੀ ਜ਼ਿੰਮੇਵਾਰੀ ਉਹਦੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੀ ਆਪਣੀ ਜਗ੍ਹਾ, ਜਦੋਂ ਮੈਂ ਇਤਿਹਾਸ ਦਾ ਪੜਚੋਲ ਕਰਦਾ, ਉਹ ਠੀਕ ਲੱਗਦਾ ਆ। 1984 ਚ ਕਾਂਗਰਸ ਨੇ ਆਪਰੇਸ਼ਨ ਚਲਾਏ, ਆਪਰੇਸ਼ਨ ਸਾਕਾ ਨੀਲਾ ਤਾਰਾ ਜੀ, ਆਪਰੇਸ਼ਨ ਕਾਲਾ ਤੂਫਾਨ, ਬਲੈਕ ਥੰਡਰ। ਉਹਨਾਂ ਆਪਰੇਸ਼ਨ 84 ਤੋਂ 94 ਤੱਕ ਚੱਲੇ, ਲਗਾਤਾਰ ਚੱਲੇ। ਪੰਜਾਬ 'ਚ ਤਤਕਾਲੀਨ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਜੀ ਔਰ ਤਤਕਾਲੀਨ ਡੀਜੀਪੀ KPS ਗਿੱਲ, ਉਹਨਾਂ ਦੀ ਜੋੜੀ ਨੇ ਜਿਸ ਤਰੀਕੇ ਨਾਲ ਜ਼ੁਲਮ ਕੀਤਾ, ਕਾਂਗਰਸ ਨੇ ਕੇਂਦਰ ਦੀਆਂ ਫੌਜਾਂ ਚੜ੍ਹ ਕੇ ਜਿਸ ਤਰੀਕੇ ਨਾਲ ਜ਼ੁਲਮ ਕੀਤਾ, ਗੁਰੂ ਘਰਾਂ ਦੀ ਬੇਹੁਰਮਤੀ ਔਰ ਸਿੱਖਾਂ ਨੂੰ ਲੱਭ ਕੇ ਕੋਹ ਕੇ ਇਸ ਬਹਾਨੇ ਨਾਲ ਮਾਰਿਆ ਗਿਆ ਕਿ ਬੜਾ ਦਰਖਤ ਡਿੱਗਦਾ ਹੈ ਤੇ ਧਰਤੀ ਹਿਲਦੀ ਆ ਜੀ। ਤੇ ਉਹਨੂੰ ਆਜ਼ਾਦੀ ਦਿਵਾਉਣ ਦੇ ਲਈ ਪੰਜਾਬ ਨੂੰ 2 ਪਾਰਟੀਆਂ ਦਾ ਗੱਠਜੋੜ ਹੋਇਆ, ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਮਾਨਯੋਗ ਸਾਹਿਬ ਕਾਸ਼ੀ ਰਾਮ ਜੀ। ਰਿਜ਼ਲਟ ਬੜਾ ਅੱਛਾ ਸੀ। 8 ਸੀਟਾਂ ਸ਼੍ਰੋਮਣੀ ਅਕਾਲੀ ਦਲ ਜਿੱਤਿਆ, 3 ਸੀਟਾਂ ਬਹੁਜਨ ਸਮਾਜ ਪਾਰਟੀ ਜਿੱਤੀ, 11। 12ਵੀਂ ਸੀਟ ਦੇ ਉੱਤੇ ਸਾਡਾ ਫਰੈਂਡਲੀ ਮੈਚ ਹੋ ਗਿਆ ਸੀਗਾ। ਉੱਥੇ ਹਾਥੀ ਵੀ ਖੜਾ ਹੋ ਗਿਆ, ਤੱਕੜੀ ਵੀ ਗੁਰਦਾਸਪੁਰ ਤੋਂ, ਉੱਥੋਂ ਸੁਖਵੰਤ ਕੌਰ ਭਿੰਡਰ ਜੀ ਜਿੱਤ ਗਏ ਜੀ। ਨਹੀਂ ਤਾਂ ਉਹ ਵੀ ਸੀਟ ਅਸੀਂ ਜਿੱਤ ਲੈਂਦੇ। ਉਸ ਸਮੇਂ ਜਿਹੜਾ ਅਸਲ ਜਿਹੜਾ ਨਵਾਂ ਕ੍ਰਿਸ਼ਮਾ ਹੋਇਆ ਦੇਸ਼ ਵਿੱਚ ਰਾਜਨੀਤੀ 'ਚ, ਕਿ ਕਾਂਗਰਸ ਨੂੰ ਬਹੁਮਤ ਨਹੀਂ ਮਿਲਿਆ,
ਜੀ ਜੀ ਔਰ ਪਛੜ ਗਈ ਸੀਟਾਂ ਦੇ ਮਾਮਲੇ 'ਚ। ਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਭਾਰਤੀ ਜਨਤਾ ਪਾਰਟੀ ਉੱਭਰੀ ਔਰ ਭਾਰਤੀ ਜਨਤਾ ਪਾਰਟੀ ਨੂੰ ਸੱਦਾ ਦਿੱਤਾ ਰਾਸ਼ਟਰਪਤੀ ਨੇ ਕਿ ਆ ਕੇ ਸਰਕਾਰ ਬਣਾਓ। ਮਾਨਯੋਗ ਅਟਲ ਬਿਹਾਰੀ ਵਾਜਪਾਈ ਜੀ ਨੇ ਉਹ ਆਪਣਾ ਪੱਖ ਰੱਖਿਆ, ਸਰਕਾਰ ਬਣਾਉਣ ਦੇ ਲਈ ਪੇਸ਼ ਕੀਤਾ। ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਾਂਗਰਸ ਤੋਂ ਪਿਛਲੇ 10 ਸਾਲ ਤੋਂ ਔਰ ਆਜ਼ਾਦੀ ਤੋਂ ਬਾਅਦ ਲਗਾਤਾਰ ਦੁਸ਼ਮਣ ਜਮਾਤ ਮੰਨ ਕੇ ਲੱਗਾ ਹੋਇਆ ਸੀ, ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਕਿ ਕਾਂਗਰਸ ਨੂੰ ਕੇਂਦਰ ਚੋਂ ਦੂਰ ਕਰਨ ਦਾ ਇੱਕ ਰਸਤਾ ਆ ਗਿਆ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਉਸ ਵੇਲੇ ਜਿਹੜਾ ਕਾਂਗਰਸ ਨੂੰ ਕੇਂਦਰ ਦੀ ਸੱਤਾ ਤੋਂ ਦੂਰ ਰੱਖਣ ਦਾ ਫੈਸਲਾ ਲਿਆ। ਜਿਹਨੇ ਸਿੱਖਾਂ ਤੇ ਜ਼ੁਲਮ ਕੀਤੇ ਸੀ, ਪੰਜਾਬ ਤੇ ਜ਼ੁਲਮ ਕੀਤੇ ਸੀ, ਪੰਥ ਬਾਣੀ ਗ੍ਰੰਥ ਤੇ ਹਰ ਤਰ੍ਹਾਂ ਨਾਲ ਜ਼ੁਲਮ ਉਹਨਾਂ ਕਾਂਗਰਸ ਨੇ ਢਾਇਆ ਸੀ। ਯਾਨੀ ਕਿ ਸੰਘ ਨਾਲ ਸਮਝੌਤਾ ਕਰਨ ਲਈ ਉਹਨਾਂ ਨੇ ਬਸਪਾ ਨਾਲ ਤੋੜ ਦਿੱਤਾ। ਜੋ ਮੈਨੂੰ ਇਦਾਂ ਲੱਗਦਾ ਉਹ ਸੰਘ ਨਾਲ ਕੀਤਾ ਕਿ ਬੀਜੇਪੀ ਨਾਲ, ਇਹ ਤਾਂ ਉਹ ਜਾਣਨ ਜੋ ਮੈਂ ਪੋਲੀਟੀਕਲ ਹਾਲਾਤ, ਕਿਉਂਕਿ ਮੈਂ ਤਾਂ ਅੱਜ ਰਾਜਨੀਤਿਕ ਤੌਰ ਤੇ ਬੈਠਾ ਤੁਹਾਡੇ ਨਾਲ ਜੀ, ਤੇ ਰਾਜਨੀਤਿਕ ਤੌਰ ਤੇ ਇਹੀ ਨਜ਼ਰ ਆਉਂਦਾ ਜਦੋਂ ਮੈਂ ਪੜਚੋਲ ਕਰਦਾ, ਅਸਲੀ ਉੱਤਰ ਤਾਂ ਉਹੀ ਦੇ ਸਕਦੇ ਨੇ। ਮੈਂ ਆਪਣਾ ਪੱਖ, ਮੈਨੂੰ ਇਦਾਂ ਲੱਗਦਾ ਵੀ ਹੋ ਸਕਦਾ ਕਾਂਗਰਸ ਨੂੰ ਸੱਤਾ ਤੋਂ ਦੂਰ ਰੱਖਣ ਲਈ ਉਹਨਾਂ ਨੇ ਬੀਜੇਪੀ ਨੂੰ ਜਿਹੜਾ ਇਹ ਮੌਕਾ ਦਿੱਤਾ। ਪਰ ਜੇ ਅੱਜ ਦੇ ਆਪਾਂ ਹਾਲਾਤ ਦੇਖ ਲਈਏ ਸ਼੍ਰੋਮਣੀ ਅਕਾਲੀ ਦਲ ਦੇ, ਤੇ ਬੀਜੇਪੀ ਦੇ ਕਰਕੇ ਹੀ ਲੋਕ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਇਹ ਹਾਲਾਤ ਨੇ ਕਿ ਪੰਜਾਬ 'ਚ ਤੀਜੇ ਨੰਬਰ ਦੀ ਪਾਰਟੀ ਬਣ ਗਈ ਹੈ, ਜਿਹਦੇ ਨਾਲ ਤੁਸੀਂ ਅਲਾਇੰਸ ਅੱਜ ਫੇਰ ਤੋਂ ਕੀਤਾ। ਹਾਂ, ਐਮਐਲਏ ਦੇ ਹਿਸਾਬ ਨਾਲ ਤੀਜੇ ਨੰਬਰ ਦੀ ਹੋ ਸਕਦੀ ਆ, ਲੇਕਿਨ ਅਕੋਰਡਿੰਗ ਟੂ ਦਾ ਨੰਬਰ ਆਫ ਵੋਟ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਦੂਜੇ ਨੰਬਰ ਦੀ ਵੱਡੀ ਪਾਰਟੀ ਆ। ਆਜ਼ਾਦੀ ਤੋਂ ਬਾਅਦ 9 ਵਾਰੀ ਮੁੱਖ ਮੰਤਰੀ ਦਿੱਤਾ, 1962 ਤੋਂ ਬਾਅਦ 6 ਵਾਰੀ ਦਿੱਤਾ, ਔਰ 2017 ਦੀ ਇਲੈਕਸ਼ਨ ਦੇ ਵਿੱਚ ਵੀ ਨੰਬਰ ਅਕੋਰਡਿੰਗ ਟੂ ਦਾ ਨੰਬਰ ਆਫ ਵੋਟ ਸ਼੍ਰੋਮਣੀ ਅਕਾਲੀ ਦਲ ਸੈਕੰਡ ਲਾਰਜੈਸਟ ਪਾਰਟੀ ਸੀਗੇ। 2019 ਦੀਆਂ ਜਿਹੜੀਆਂ ਚੋਣਾਂ ਹੋਈਆਂ ਉਹਦੇ 'ਚ ਤਾਂ 2% ਇੰਪਰੂਵ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ, ਔਰ ਖੁਦ ਦੀ 27% ਵੋਟ ਉਹਨਾਂ ਨੇ ਆਪਣੇ ਆਪ ਨੂੰ ਪਵਾਈ ਆ। ਤੇ ਜੇ ਐਤਕੀ ਦੀ ਗੱਲ ਕਰ ਲਈਏ, ਅਲਾਇੰਸ ਹੈ ਜਿਹੜਾ 1996 ਦੇ ਵਿੱਚ ਤੁਸੀਂ ਦੱਸਿਆ ਕਿ ਇਹਨਾਂ ਹਾਲਾਤਾਂ ਕਰਕੇ ਅਕਾਲੀ ਦਲ ਨੇ ਤੋੜ ਦਿੱਤਾ ਸੀਗਾ, ਤੇ ਐਤਕੀ ਤਾਂ ਨਹੀਂ ਉਹੀ ਗੱਲ ਹੋਊ ਕਿ ਇਲੈਕਸ਼ਨ ਤੋਂ ਬਾਅਦ ਇਹ ਅਲਾਇੰਸ ਟੁੱਟ ਜਾਊ? ਕਿੰਨੀ ਕੁ ਨਿਭਣ ਵਾਲੀ ਹੈ? ਕੀ ਕੁਝ ਸਮਝੌਤੇ ਹੋਏ ਨੇ? ਇਹ ਜਿਹੜਾ ਸਮਝੌਤਾ ਆ, ਇਹ ਜਦੋਂ ਵੀ ਪਾਰਟੀਆਂ ਦਾ ਹੁੰਦਾ ਆ ਤਾਂ ਉਹ ਸਭ ਤੋਂ ਪਹਿਲਾਂ ਰਾਜਨੀਤਿਕ ਮਫਾਦ ਦੇਖਿਆ ਜਾਂਦਾ ਜੀ, ਦੂਜੇ ਨੰਬਰ ਤੇ ਉਹਦੇ ਸਮਾਜਿਕ, ਰਾਜਨੀਤਿਕ, ਧਾਰਮਿਕ ਪੱਖ ਦੇਖੇ ਜਾਂਦੇ ਆ ਜੀ। ਰਾਜਨੀਤਿਕ ਮਫਾਦ ਦੇ ਵਿੱਚ ਦੋਨੋਂ ਪਾਰਟੀਆਂ ਦਾ ਇਹੀ ਆ ਕਿ ਦੋਨੋਂ ਹੀ ਸੱਤਾ ਤੋਂ ਬਾਹਰ ਹੈ, ਦੋਨੋਂ ਹੀ ਸੱਤਾ ਦੇ ਹਿੱਸੇਦਾਰ ਬਣਨੀਆਂ ਚਾਹੁੰਦੀਆਂ। ਇਹ ਸਿੱਧਾ ਜਿਹਾ ਸਪਸ਼ਟ ਨਜ਼ਰ ਆਉਂਦਾ ਆ। ਜੇ ਅਸੀਂ ਦੂਰਗਾਮੀ ਪੱਖ ਦੇਖੀਏ ਤਾਂ ਉਹਦੇ 'ਚ ਸਾਡੇ ਸਾਹਮਣੇ ਆਉਂਦਾ ਆ ਕਿ ਸਮਾਜਿਕ ਤੌਰ ਤੇ ਉੱਤੇ ਵੀ ਅਕਾਲੀ ਦਲ ਔਰ ਬਸਪਾ ਦਾ ਕੇਡਰ ਸਦੀਆਂ ਤੋਂ ਸਾਂਝ ਹੈ। ਧਾਰਮਿਕ ਪੱਖ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੜੀ ਆ ਬੜੀ ਪੀਢੀ ਸਾਂਝ ਹੈ। ਜੇ ਅਸੀਂ ਦੇਸ਼ ਦੇ ਵਿੱਚ ਗੰਗੂਵਾਦ ਔਰ ਮਨੂਵਾਦ ਨੂੰ ਚੁਣੌਤੀ ਦੇਣੀ ਆ ਤਾਂ ਸਾਨੂੰ ਇਹਨਾਂ ਦੋਹਾਂ ਪਾਰਟੀਆਂ ਦੇ ਕੇਡਰ ਨੂੰ ਦੂਰਗਾਮੀ ਪੱਖਾਂ ਨੂੰ ਮੁੱਖ ਰੱਖਦੇ ਹੋਏ ਇਕੱਠੇ ਰੱਖਣਾ ਪਊ। ਬਿਲਕੁਲ ਬਿਲਕੁਲ। ਲੋਕ ਵੀ ਕਹਿੰਦੇ ਨੇ ਕਿ ਜੇ ਬਸਪਾ ਦਾ ਪੰਜਾਬ ਦੇ ਵਿੱਚ ਕਿਸੇ ਪਾਰਟੀ ਨਾਲ ਗੱਠਜੋੜ ਹੋ ਸਕਦਾ ਹੈ ਸਿਧਾਂਤਿਕ ਤੌਰ ਤੇ, ਤਾਂ ਉਹ ਅਕਾਲੀ ਦਲ ਦੇ ਨਾਲ ਹੀ ਜੱਚਦਾ, ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ। ਪਰ ਲੋਕ ਇਹ ਵੀ ਕਹਿੰਦੇ ਨੇ ਕਿ ਤੁਸੀਂ ਚੰਗੀ ਭਲੀ ਸਰਕਾਰੀ ਨੌਕਰੀ ਕਰਦੇ ਸੀ, ਨੌਕਰੀ ਛੱਡ ਕੇ ਤੁਸੀਂ ਅਕਾਲੀਆਂ ਦੇ ਨਾਲ ਗੱਠਜੋੜ ਕਰਕੇ ਕੀ ਖੱਟ ਲਓਗੇ ਅੱਜ ਦੇ ਸਮੇਂ ਦੇ ਵਿੱਚ? ਲੋਕਾਂ ਦਾ ਇਹ ਕਹਿਣਾ ਕਿ ਅਕਾਲੀਆਂ ਨੂੰ ਤਾਂ ਫਾਇਦਾ ਹੋ ਸਕਦਾ ਹੈ ਤੁਹਾਡੀਆਂ ਸੀਟਾਂ ਦਾ, ਪਰ ਤੁਹਾਨੂੰ ਨਹੀਂ ਕੋਈ ਹੋਣਾ। ਦੇਖੋ, ਲੋਕ ਤਾਂ ਹਵਾ ਦੇ ਬਹਿਣ 'ਚ ਬਹਿਣ ਵਾਲੇ ਭੋਲੇ ਲੋਕ ਹੁੰਦੇ ਨੇ। ਲੋਕ ਜਦੋਂ ਵੀ ਬਹਿਣ 'ਚ ਆ ਕੇ ਸੋਚਦੇ ਨੇ, 2017 'ਚ ਉਹਨਾਂ ਨੇ ਆਮ ਆਦਮੀ ਪਾਰਟੀ ਬਾਰੇ ਸੋਚ ਲਿਆ, 2014 'ਚ ਉਹਨਾਂ ਨੇ ਆਮ ਆਦਮੀ ਪਾਰਟੀ ਬਾਰੇ ਸੋਚ ਲਿਆ, 4 MP ਜਿਤਾਤੇ, ਪੂਰੇ ਦੇਸ਼ 'ਚ ਆਮ ਆਦਮੀ ਪਾਰਟੀ 0 ਸੀ ਔਰ 3 ਭੱਜ ਗਏ। ਇੰਨੀ ਅਨਸਟੇਬਲ ਪਾਰਟੀ, ਅਸਥਿਰ ਪਾਰਟੀ ਪੰਜਾਬ ਨੂੰ ਕਿੱਥੋਂ ਸਥਿਰ ਰੱਖਣਾ? ਔਰ ਹੁਣ ਤੁਸੀਂ ਦੇਖੋ ਕਿ 2017 ਦੇ ਵਿੱਚ 20 MLA ਜਿੱਤੇ, 12-13 ਭੱਜ ਗਏ, 6-7 ਵੀ ਇਸ ਕਰਕੇ ਬਚੇ ਕਿ ਪਹਿਲੀ ਲਿਸਟ ਵਿੱਚ 9 ਆ ਗਿਆ, ਨਹੀਂ ਤਾਂ ਉਹ ਵੀ ਗੱਲ ਵੱਕੜੀਆਂ ਪਾਉਣ ਨੂੰ ਦੂਜੀਆਂ ਪਾਰਟੀਆਂ ਨਾਲ ਤਿਆਰ ਸੀਗੇ ਜੀ। ਪਰ ਇਸ ਵਾਰੀ ਔਰ ਲੋਕ ਜਿਹੜੇ ਆ, ਲੋਕ ਤਾਂ ਲੋਕਾਂ ਦਾ ਜਿਹੜਾ ਪੱਖ ਆ ਉਹਨੂੰ ਆਪਾਂ ਅਣਗੌਲਿਆ ਨਹੀਂ ਕਰ ਸਕਦੇ। ਸਾਨੂੰ ਬੜਾ ਸੁਚੇਤ ਰਹਿਣਾ ਪਊਗਾ, ਕਿਉਂਕਿ ਲੋਕ ਕਦੀ ਵੀ ਜਿਹੜਾ ਫੈਸਲਾ ਆ, ਲੇਕਿਨ ਆਹ 2 ਫੈਸਲੇ ਜਿਹੜੇ ਪੰਜਾਬ ਬਾਰੇ ਲਏ, ਆਮ ਆਦਮੀ ਪਾਰਟੀ ਆ ਜੀ। ਇੱਕ ਕੱਲ ਮੈਂ ਐਂਕਰ ਨੂੰ ਸੁਣ ਰਿਹਾ ਸੀ, ਬੁੱਧੀਜੀਵੀ ਨੂੰ, ਉਹ ਕਹਿ ਰਿਹਾ ਸੀ ਹਲੇ ਵੀ ਆਮ ਆਦਮੀ ਪਾਰਟੀ ਨਵੀਂ ਪਾਰਟੀ ਆ, ਵੀ 4 ਵਾਰੀ 3 ਵਾਰੀ ਮੁੱਖ ਮੰਤਰੀ ਦਿੱਲੀ ਦਾ ਦੇ ਦਿੱਤਾ, ਫਿਰ ਤਾਂ ਪੁੱਛਿਆ ਵੀ ਨਵੀਂ ਕਿੱਦਾਂ? ਉਹ ਕਹਿੰਦਾ ਜੀ ਹਲੇ ਪੰਜਾਬ ਚੋਂ ਕਿਹੜੇ ਸੱਤਾ ਚ ਆਈ ਆ, ਫਿਰ ਤਾਂ BSP ਵੀ ਨਵੀਂ ਆ ਪੰਜਾਬੀਆਂ ਲਈ, ਬਾਈ ਨਾਟ ਫਿਰ। ਤਾਂ ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਆ, ਉਹ ਅੱਜ ਦੇ ਦਿਨ ਇਹ ਕੇਡਰ ਦੇ ਆਧਾਰਿਤ ਰਾਜਨੀਤਿਕ ਫੈਸਲੇ ਹੁੰਦੇ ਨੇ।
ਤੇ ਬੀਐਸਪੀ ਤੁਸੀਂ ਕਿਹਾ ਨਵੀਂ ਪਾਰਟੀ ਹੈ, ਜੇ ਸੱਤਾ ਦੇ ਤੌਰ ਤੇ ਆਪਾਂ ਦੇਖ ਲਈਏ ਇੱਕ ਨੈਸ਼ਨਲ ਪਾਰਟੀ ਬਣ ਗਈ ਹੈ ਔਰ ਵੱਡਾ ਵੋਟ ਬੈਂਕ ਹੈ ਜਿਹੜਾ ਉਹ ਮੁਲਕ ਦੇ ਵਿੱਚ ਹੈਗਾ ਆ, ਪਰ ਪੰਜਾਬ ਦੇ ਵਿੱਚੋਂ ਬਣੀ ਹੈ ਇਹ ਪਾਰਟੀ। ਕਾਂਸ਼ੀ ਰਾਮ ਜੀ ਪੰਜਾਬ ਦੇ ਸਨ, ਉਹਨਾਂ ਨੇ ਐਡੀ ਮਿਹਨਤ ਕਰਕੇ ਇੱਕ ਨੈਸ਼ਨਲ ਪਾਰਟੀ ਖੜੀ ਕਰਤੀ, ਪਰ ਪੰਜਾਬ 'ਚ ਅੱਜ ਤੱਕ ਸਰਕਾਰ ਕਿਉਂ ਨਹੀਂ ਬਣ ਪਾਈ? ਤੁਸੀਂ ਕਿਉਂ ਇੰਡੀਪੈਂਡੈਂਟ ਚੋਣਾਂ ਲੜਨ ਦੇ ਸਮਰੱਥ ਕਿਉਂ ਨਹੀਂ ਹੈਗੇ? ਅੱਜ ਕਿਸ ਪੱਧਰ ਤੇ ਆ ਗਈ ਹੈ ਪਾਰਟੀ ਪੰਜਾਬ ਦੇ ਵਿੱਚ, ਕਾਰਨ ਕੀ ਨੇ ਇਹਦੇ? ਹਾਂ ਦੇਖੋ 85 ਦਾ ਪਹਿਲਾ ਇਲੈਕਸ਼ਨ ਪਾਰਟੀ ਨੇ ਲੜਿਆ, 84 ਚ ਫਾਰਮੇਸ਼ਨ ਹੋਈ ਔਰ 1.5% ਵੋਟ ਪਈ ਔਰ 89 ਦੇ ਵਿੱਚ ਅਸੀਂ ਇੰਡੀਪੈਂਡੈਂਟ ਤੋਂ ਇੱਕ ਮੈਂਬਰ ਪਾਰਲੀਮੈਂਟ ਜਿਤਾਇਆ ਜੀ। ਜਦੋਂ ਬਸਪਾ ਦਾ ਔਰ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ, ਜਿਹਨੂੰ ਬਾਬਾ ਜੋਗਿੰਦਰ ਸਿੰਘ ਜੀ ਭਿੰਡਰਾਂ ਵਾਲੇ ਸਟ੍ਰੈਟੇਜਿਕ ਵੇ ਨਾਲ ਲੀਡ ਕਰ ਰਹੇ ਸੀਗੇ ਜੀ, ਔਰ 92 ਦੇ ਵਿੱਚ ਸਾਡੇ ਕੋਲ 9 ਐਮਐਲਏ ਸੀਗੇ, 96 ਦੇ ਵਿੱਚ ਸਾਡੇ ਕੋਲ 3 ਮੈਂਬਰ ਪਾਰਲੀਮੈਂਟ ਹੈ, 97 ਸਾਡੇ ਕੋਲ 1 ਐਮਐਲਏ ਹੈ ਜੀ ਜੀ। 97 ਤੋਂ ਬਾਅਦ ਸਾਡੇ ਅੱਗੇ ਬਿਗ ਜ਼ੀਰੋ ਰਹੀ ਆ, ਬਿਲਕੁਲ ਵੱਡੀ ਜ਼ੀਰੋ ਰਹੀ ਆ। 10 ਵਾਰੀ ਇਲੈਕਸ਼ਨ ਹੋਏ, ਚਾਹੇ ਉਹ 98 ਦਾ ਹੈ ਲੋਕ ਸਭਾ, 99 ਦੀ ਲੋਕ ਸਭਾ ਆ, 2002 ਦਾ ਵਿਧਾਨ ਸਭਾ ਆ, 4 ਦੀ ਲੋਕ ਸਭਾ, 7 ਦੀ ਸੋ ਔਨ ਜੀ ਜੀ। ਇਹ 10 ਇਲੈਕਸ਼ਨ ਸਾਡੇ ਕੋਲ ਬਿਗ ਜ਼ੀਰੋ ਰਿਹਾ। ਉਹਦਾ ਕਾਰਨ ਸੀਗਾ ਪੰਜਾਬ ਦੇ ਵਿੱਚ 97 ਚ ਸਾਡਾ ਟੱਕਰਾ ਹੋਇਆ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜੀ, ਦੂਜੇ ਪਾਸੇ ਸੀਗਾ ਕਾਂਗਰਸ ਤੇ ਕਾਮਰੇਡ ਜੀ ਜੀ। 2002 ਦੇ ਵਿੱਚ ਸਾਡਾ ਮੁਕਾਬਲਾ ਹੋਇਆ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੇ ਕਾਂਗਰਸ ਤੇ ਕਾਮਰੇਡ, ਔਰ ਲਗਾਤਾਰ ਸਾਡਾ ਮੁਕਾਬਲਾ ਗੱਠਜੋੜਾਂ ਨਾਲ ਹੁੰਦਾ ਰਿਹਾ। ਬਿਲਕੁਲ ਅਸੀਂ ਇਕੱਲੇ ਸੀਗੇ, ਇੱਕ ਤਾਂ ਅਸੀਂ ਆਲਰੇਡੀ ਸਮਾਜਿਕ ਤੌਰ ਤੇ ਔਰ ਆਰਥਿਕ ਤੌਰ ਤੇ ਕਮਜ਼ੋਰ ਜੀ, ਦੂਜਾ ਸਾਡਾ ਮੁਕਾਬਲਾ ਉਹਨਾਂ ਨਾਲ ਹੋ ਰਿਹਾ ਜਿਹੜੇ ਸਮਾਜਿਕ ਤੌਰ ਤੇ ਵੀ ਜ਼ੋਰਾਵਰ ਔਰ ਆਰਥਿਕ ਤੌਰ ਤੇ ਵੀ ਜ਼ੋਰਾਵਰ, ਔਰ ਅਸੀਂ ਉਸ ਮੁਕਾਬਲੇ ਦੇ ਵਿੱਚ ਜਿੱਤ ਭਲਾ ਹੀ ਨਹੀਂ ਸਕੇ। ਪਰ ਪਾਰਟੀ ਅੱਜ ਤੱਕ ਜਿਉਂਦੀ ਰਹੀ। ਅੱਜ ਆਮ ਆਦਮੀ ਪਾਰਟੀ 12-14 ਚ ਬਣਦੀ ਆ, ਅੱਜ ਖੱਖੜੀਆਂ ਕਰੇਲੇ ਹੋਈ ਫਿਰਦੀ ਆ। ਪਰ ਆਮ ਆਦਮੀ ਪਾਰਟੀ ਤਾਂ ਉਹਦੇ ਕੰਪੈਰੀਜ਼ਨ ਤੁਸੀਂ ਬਹੁਜਨ ਸਮਾਜ ਪਾਰਟੀ ਦਾ ਦੇਖੋ ਜੀ, ਅੱਜ ਚਾਹੇ ਜਿਸ ਵੀ ਖਿੱਤੇ ਚ ਵਾ ਬੜੀ ਮਜ਼ਬੂਤੀ ਨਾਲ ਅੱਜ ਵੀ ਖੜੀ ਆ। ਲਗਾਤਾਰ 25 ਸਾਲਾਂ ਤੋਂ ਹਾਰ ਦੇਖਦੇ ਹੋਏ ਗਰੀਬ ਨਿਮਾਣੇ ਕਮਜ਼ੋਰ ਵਰਗਾਂ ਦਾ ਆਪਣੇ ਮੋਰਚੇ ਤੇ ਖੜੇ ਹੋ ਕੇ ਡਟ ਕੇ ਲੜਦੇ ਰਹਿਣਾ ਵੀ ਤਾਂ ਇੱਕ ਪ੍ਰਾਪਤੀ ਆ। ਬਿਲਕੁਲ ਪ੍ਰਾਪਤੀ ਹੈ, ਪਰ ਪੰਜਾਬ ਦੇ ਵਿੱਚ ਜਿਹੜਾ ਵੋਟ ਬੈਂਕ ਹੈਗਾ ਇਹ ਜਿਹੜੀ ਪਰਸੈਂਟੇਜ ਹੈ ਉਹ ਇਲੈਕਸ਼ਨ ਨੂੰ ਪ੍ਰਭਾਵਿਤ ਕਰਦੀ ਹੈ, ਸਿਆਸਤ ਨੂੰ ਪ੍ਰਭਾਵਿਤ ਕਰਦੀ ਹੈ। ਪਰ ਫਿਰ ਇੱਕ ਪਾਸੇ ਕਿਉਂ ਨਹੀਂ ਆ ਪਾਉਂਦੀ ਵੋਟ ਬੈਂਕ? ਬਸਪਾ ਦੇ ਵੱਲ ਕਿਉਂ ਨਹੀਂ ਉਸ ਨੂੰ ਕੰਟਰੋਲ ਕਰਨ ਦੇ ਵਿੱਚ ਰੱਖਣ 'ਚ ਕਾਮਯਾਬ ਕਿਉਂ ਨਹੀਂ ਹੋ ਰਹੀ ਪਾਰਟੀ? ਇੰਡੀਪੈਂਡੈਂਟ ਕਿਉਂ ਨਹੀਂ? ਕਿਉਂ ਅਕਾਲੀ ਦਲ ਦਾ ਸਹਾਰਾ ਲੈਣਾ ਪੈ ਰਿਹਾ? ਦੇਖੋ ਗੱਠਜੋੜ ਜਮਾਤਾਂ ਦਾ ਯੁੱਗ ਚੱਲ ਰਿਹਾ। ਆਮ ਆਦਮੀ ਪਾਰਟੀ ਕਿਸਾਨ ਅੰਦੋਲਨ ਥਾਲੀਆਂ ਸਜਾ ਕੇ ਬੈਠੇ ਸੀ ਗੱਠਜੋੜ ਦੀਆਂ ਜੀ, ਬਿਨਾਂ ਬੁਰਕੀ ਤੋੜੇ ਉੱਠੇ ਆ। ਔਰ ਕਾਂਗਰਸ ਹਰ ਕਾਮਰੇਡ ਹੈ, ਕਾਮਰੇਡਾਂ ਤਾਂ ਮਤਾ ਪਾ ਕੇ ਭੇਜਿਆ ਅਸੀਂ ਕਾਂਗਰਸ ਨਾਲ ਸਮਝੌਤਾ ਕਰਨਾ, ਉਹ ਪਤਾ ਨਹੀਂ ਕਿਹੜੇ ਵੇਲੇ ਥਾਲੀ ਸਜਾ ਕੇ ਬਹਿ ਜਾਣ ਜੀ ਜੀ। ਭਾਰਤੀ ਜਨਤਾ ਪਾਰਟੀ ਕੈਪਟਨ ਔਰ ਬੈਂਸਾਂ ਦਾ ਇਹਨਾਂ ਨੇ ਆਪਣਾ 36 ਪ੍ਰਕਾਰ ਦਾ ਭੋਜਨ ਜਿਹੜਾ ਆ, ਸੀਟਾਂ ਦਾ ਵੰਡ ਵਡਈਆ ਹੋਣਾ ਆ, ਕਿਹੜਾ ਚਮਚਾ ਕਿੱਧਰ ਜਾਣਾ ਜੀ ਜੀ। ਜਦੋਂ ਜੋਗੀ ਇਦਾਂ ਦਾ ਚੱਲ ਰਿਹਾ ਹੋਵੇ, ਅਸੀਂ ਤਾਂ ਸਮਝੌਤਾ 25 ਸਾਲ ਪਛੜ ਕੇ ਕੀਤਾ, ਅਸੀਂ ਤਾਂ ਇਕੱਲੇ ਹੀ ਲੜਦੇ ਰਹੇ। ਪਰ ਕਿਤੇ ਨਾ ਕਿਤੇ ਕੁਝ ਕਮਜ਼ੋਰੀ ਤਾਂ ਹੋਊਗੀ ਨਾ, ਕਿ ਪਾਰਟੀ ਦੀਆਂ ਜਿਹੜੀਆਂ ਉਹ ਨੀਤੀਆਂ ਸੀ ਕਾਂਸ਼ੀ ਰਾਮ ਜੀ ਨੇ ਸ਼ੁਰੂ ਕੀਤੀਆਂ ਸੀ, ਉਹਦੇ ਤੋਂ ਉੱਥੇ ਹੀ ਖੜੀ ਹੈ ਪਾਰਟੀ, ਜਾਂ ਕੁਛ ਨਾ ਕੁਛ ਫਰਕ ਪਿਆ? ਕਿਉਂਕਿ ਲੋਕ ਪੰਜਾਬ ਦੇ ਮੰਨਦੇ ਨੇ ਕਿ ਭੈਣ ਮਾਇਆਵਤੀ ਪੰਜਾਬ ਦੇ ਵਿੱਚ ਜਿੱਤਣ ਲਈ ਚੋਣਾਂ ਨਹੀਂ ਲੜਦੇ, ਇਹ ਧਾਰਨਾ ਹੈ। ਦੇਖੋ ਜਦੋਂ ਸਾਹਿਬ ਕਾਂਸ਼ੀ ਰਾਮ ਜੀ ਦੀ 9 ਅਕਤੂਬਰ 2006 ਨੂੰ ਡੈਥ ਹੋਈ, 2 ਸਾਲ ਪਹਿਲਾਂ ਪੂਰੇ ਦੇਸ਼ ਦਾ ਇਲੈਕਸ਼ਨ ਹੋਇਆ ਸੀ, ਜਨਰਲ ਇਲੈਕਸ਼ਨ ਲੋਕ ਸਭਾ ਦਾ 2004 ਜੀ। ਸਰਦਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਬਣੇ ਸੀ। ਉਸ ਸਾਲ ਸਾਡੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਹਾਥੀ ਨੂੰ ਵੋਟਾਂ ਪਈਆਂ 1,56,00,000। ਬਿਲਕੁਲ ਆ 2019 ਦੀਆਂ ਵੋਟਾਂ ਲੰਘ ਕੇ ਗਈਆਂ, ਹੁਣ ਪੂਰੇ ਦੇਸ਼ 'ਚ ਵੋਟਾਂ ਪਈਆਂ ਜੀ। ਸਾਨੂੰ ਵੋਟ ਪੈਂਦੀ ਆ 2.5 ਕਰੋੜ ਦੇ ਲਗਭਗ। ਇਹਦਾ ਮਤਲਬ ਜੇ ਭੈਣ ਕੁਮਾਰੀ ਮਾਇਆਵਤੀ ਜੀ ਨੇ 75 ਲੱਖ ਦਾ ਵੋਟਾਂ ਦਾ ਇਜ਼ਾਫਾ ਕੀਤਾ ਆ ਪਿਛਲੇ 15 ਸਾਲਾਂ 'ਚ, ਇਟ ਮੀਨ ਪਾਰਟੀ ਦਾ ਗ੍ਰਾਫ ਤਾਂ ਅੱਗੇ ਵਧੀ ਆ। ਰਹੀ ਗੱਲ ਨਤੀਜਿਆਂ ਦੀ ਜੀ, ਪੰਜਾਬ ਦੇ ਵਿੱਚ ਦੇਖੋ ਲੋਕ ਇੱਕ ਜਨਰੇਸ਼ਨ ਚੇਂਜ ਹੋ ਚੁੱਕੀ ਆ। ਅੱਜ ਮੇਰੇ ਤੋਂ ਪਹਿਲਾਂ ਜਿਹੜੇ ਕੰਮ ਕਰਦੇ ਸੀ, ਕੋਈ ਬੁੱਢੇ ਹੋ ਗਏ ਆ, ਬਜ਼ੁਰਗ ਹੋ ਗਏ ਆ, ਕਿਸੇ ਕੋਈ ਦੁਨੀਆ ਤੋਂ ਚਲੇ ਗਏ ਆ, ਅੱਜ ਮੈਂ ਉਹਨਾਂ ਦੀ ਨੈਕਸਟ ਜਨਰੇਸ਼ਨ ਇਸ ਪਾਰਟੀ ਨੂੰ ਆਪਰੇਟ ਕਰ ਰਿਹਾ। ਠੀਕ ਹੈ, ਤਾਂ ਕਿੰਨੀਆਂ ਚੁਣੌਤੀਆਂ ਕਿੰਨੀਆਂ ਆਈਆਂ ਤੁਹਾਨੂੰ? ਕਿਉਂਕਿ ਤੁਸੀਂ ਹਜੇ ਤੁਹਾਨੂੰ ਕੁਝ ਆਪਾਂ ਕਹਿ ਸਕਦੇ ਕੁਝ ਸਮਾਂ ਹੀ ਹੋਇਆ ਹਲੇ ਪ੍ਰਧਾਨਗੀ ਤੁਹਾਨੂੰ ਮਿਲੀ ਹੈ ਇਸ ਪਾਰਟੀ ਦੀ, ਕੀ ਚੁਣੌਤੀਆਂ ਤੁਸੀਂ ਦੇਖੀਆਂ ਹੈਗੀਆਂ? ਦੇਖੋ ਪ੍ਰਧਾਨ ਦਾ ਮਤਲਬ ਹੁੰਦਾ ਉਹਨ ਗਲੀ ਗਲੀ ਕੁੱਚੇ ਕੁੱਚੇ ਸੂਬੇ ਦੇ ਹਰ ਕੋਨੇ 'ਚ ਘੁੰਮਣਾ, ਤੇ ਜੇ ਸੂਬਾ ਪ੍ਰਧਾਨ 2011 ਮਾਡਲ ਗੱਡੀ ਜਿਹੜੀ 4 ਲੱਖ 5 ਲੱਖ ਕਿਲੋਮੀਟਰ ਚੱਲ ਗਈ ਹੋਵੇ ਔਰ 15 ਜਗ੍ਹਾ ਤੋਂ ਆਲੇ ਦੁਆਲੇ ਤੋਂ ਉਹ
ਪਏ ਉਹ ਡੈਂਟ ਹੋਣ, ਟੁੱਟੀ ਉਹ ਭੱਜੀ ਉਹ ਹੋਵੇ, ਤਾਂ ਦੇਖ ਲਓ ਚੁਣੌਤੀਆਂ ਕਿੰਨੀਆਂ। ਜਿਹਨੂੰ ਰੋਜ਼ ਸਵੇਰ ਨੂੰ ਇਹ 4000 ਰੁਪਈਆ ਡੀਜ਼ਲ ਪੈਟਰੋਲ ਪਵਾਉਣ ਦਾ ਕਿੱਥੋਂ ਆਉਣਾ, ਜੇ ਉਹਨੂੰ ਇਹ ਸੰਦੇ ਨਾਲੇ ਪਾਰਟੀ ਚਲਾਉਣੀ ਪਈ ਹੋਵੇ ਤਾਂ ਦੇਖ ਲਓ ਕਿੰਨੀਆਂ ਕੁ ਆਪਾਂ ਕਮਜ਼ੋਰੀਆਂ, ਕਿੰਨੀਆਂ ਮੁਸ਼ਕਲਾਂ ਨਾਲ ਜੂਝ ਰਹੇ ਹਾਂ। ਮਤਲਬ ਆਰਥਿਕ ਤੌਰ ਤੇ ਪਾਰਟੀ ਫੰਡ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ। ਦੇਖੋ ਪਾਰਟੀ ਫੰਡ ਜਿਹੜਾ ਆ ਆਪਣਾ, ਕਿਉਂਕਿ ਅਸੀਂ ਉਸ ਵਰਗ ਦੀ ਉਹਨਾਂ ਜਮਾਤਾਂ ਦੀ ਨੁਮਾਇੰਦਗੀ ਕਰਦੇ ਆ ਜਿਹੜੇ ਹੈਂਡ ਟੂ ਮਾਊਥ ਹੈ, ਜਿਹੜੇ ਸਵੇਰ ਨੂੰ ਦਿਹਾੜੀ ਜਾਂਦੇ ਆ, ਸ਼ਾਮ ਨੂੰ ਕਮਾਉਂਦੇ ਆ, ਉਹਦੇ ਚੋਂ ਹੀ ਸਾਨੂੰ ਹਿੱਸਾ ਦਿੰਦੇ ਆ 10 ਰੁਪਏ 20 ਰੁਪਏ 100 ਰੁਪਈਆ ਜੀ। ਤਾਂ ਇਸ ਕਰਕੇ ਪਾਰਟੀ ਨੂੰ ਬਹੁਤ ਵੱਡੀਆਂ ਚੁਣੌਤੀਆਂ ਨਾਲ ਜੂਝਣਾ ਪੈ ਰਿਹਾ। ਇੱਕ ਹੋਰ ਸਵਾਲ ਜਿਹੜਾ ਉਹ ਇੱਥੇ ਖੜਾ ਹੁੰਦਾ ਹੈ, ਤੁਹਾਡਾ ਜਿਹੜਾ ਗੱਠਜੋੜ ਹੋਇਆ ਅਕਾਲੀ ਦਲ ਦੇ ਨਾਲ, ਕਿ ਜਿਹੜੀਆਂ ਸੀਟਾਂ ਦੀ ਵੰਡ ਹੈ 97 ਉਧਰ ਨੇ 20 ਤੁਹਾਨੂੰ ਮਿਲੀਆਂ ਨੇ, ਉਹ ਤੇ ਤੁਸੀਂ ਸੈਟੀਸਫਾਈ ਹੋਵੋਗੇ ਤਾਂ ਹੀ ਤੁਹਾਡਾ ਗੱਠਜੋੜ ਹੋਇਆ, ਪਰ ਉਹਨਾਂ ਸੀਟਾਂ ਦੇ ਵਿੱਚੋਂ ਵੀ 2 ਸੀਟਾਂ ਤੁਹਾਡੇ ਤੋਂ ਵਾਪਸ ਲੈ ਲਈਆਂ ਜਾਂਦੀਆਂ ਨੇ। ਇੰਜ ਲੱਗਦਾ ਹੈ ਕਿ ਅਕਾਲੀ ਦਲ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਸੀਟਾਂ ਰੱਖ ਰਿਹਾ ਹੈਗਾ, ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਉਮੀਦਵਾਰ ਕਮਜ਼ੋਰ ਨੇ ਉਹ ਸੀਟਾਂ ਤੁਹਾਨੂੰ ਦੇਤੀਆਂ, ਤਾਂ ਕੀ ਇਹ ਨਾਂ ਦਾ ਹੀ ਗੱਠਜੋੜ ਹੈ ਕਿ ਤੁਸੀਂ ਉੱਥੇ ਕੁਝ ਕੋਈ ਇਤਰਾਜ਼ ਨਹੀਂ ਕੀਤਾ? ਜਦੋਂ ਨਹੀਂ ਇਹਦਾ ਵਾਪਸ ਨਹੀਂ ਲਈਆਂ, ਸਵੈਪਿੰਗ ਹੈ, ਐਕਸਚੇਂਜ ਵਾ ਜੀ। ਅੰਮ੍ਰਿਤਸਰ ਨਾਰਥ ਜੀ ਔਰ ਸੁਜਾਨਪੁਰ ਜੀ, ਇਹ 2 ਸੀਟਾਂ ਸਵੈਪ ਹੋਈਆਂ ਸੀ। ਅੰਮ੍ਰਿਤਸਰ ਨਾਰਥ ਸਾਡੀ ਕਮਜ਼ੋਰ ਸੀ, ਸੁਜਾਨਪੁਰ ਸਾਡੀ ਕਮਜ਼ੋਰ ਸੀ। ਠੀਕ ਹੈ, ਸਵੈਪ ਹੋਈ, ਸਹਿਮਤੀ ਨਾਲ ਹੋਇਆ ਤੁਹਾਡੀ? ਹਾਂ, ਸਵੈਪ ਹੋਈ। ਸਾਡੇ ਕੋਲ ਸ਼ਾਮ 84 ਆ ਗਏ, ਜਿੱਥੋਂ ਸਾਡੀ ਪਾਰਟੀ ਦਾ ਵੀ 25000 ਵੋਟ ਸਾਨੂੰ ਪੈਂਦਾ। ਠੀਕ ਹੈ, ਅਸੀਂ ਇਹਦਾ ਮਤਲਬ ਅਸੀਂ ਫਾਇਦੇ 'ਚ ਹੋ ਗਏ। ਔਰ ਜਿਹੜੀ ਅੰਮ੍ਰਿਤਸਰ ਨਾਰਥ ਉਹਨਾਂ ਨੇ ਲਈ, ਉੱਥੋਂ ਸ਼੍ਰੀ ਨੀਲ ਜੋਸ਼ੀ ਜੀ ਆ ਗਏ, ਉਹ ਬੀਜੇਪੀ 'ਚੋਂ ਆਏ ਸੀਗੇ ਛੱਡ ਕੇ, ਅਕਾਲੀ ਦਲ ਦੀ ਟਿਕਟ ਤੇ ਸੀਗੇ। ਇਹਦਾ ਮਤਲਬ ਸ਼ਾਮ 84 ਅਸੀਂ ਜਿੱਤਣ ਜੋਗੇ ਹੋ ਗਏ, ਅੰਮ੍ਰਿਤਸਰ ਨਾਰਥ ਅਕਾਲੀ ਦਲ ਜਿੱਤਣ ਜੋਗਾ ਹੋ ਗਿਆ। ਐਕਸਚੇਂਜ ਦਾ ਮਤਲਬ ਦੋਹਾਂ ਨੂੰ ਬੈਨੀਫਿਟ। ਸੁਜਾਨਪੁਰ ਹੈ, ਜੰਮੂ ਕਸ਼ਮੀਰ ਦੇ ਮੁੱਢ ਨਾਲ ਲੱਗਦੀ ਆ ਜੀ। ਦੇਖੋ ਜਿਸ ਪ੍ਰਧਾਨ ਨੂੰ ਰੋਜ਼ ਜਾ ਕੇ ਉਸ ਐਡੀ ਦੂਰ ਸੀਟ ਆਪਰੇਟ ਕਰਨੀ ਚੱਲਦੇ ਇਲੈਕਸ਼ਨ 'ਚ ਬੜੀ ਔਖੀ ਹੈ। ਮੇਰੇ ਕੋਲ ਆ ਗਈ ਕਪੂਰਥਲੇ ਨਾਲ ਸਵੈਪ ਹੋ ਗਈ, ਕਪੂਰਥਲਾ ਮੇਰੇ ਤੋਂ ਇੱਥੋਂ 40 ਕਿਲੋਮੀਟਰ ਤੇ ਆ, ਤੇ ਮੈਨੂੰ ਫਾਇਦਾ ਹੋ ਗਿਆ। ਯਾਨੀ ਕਿ ਤੁਹਾਡਾ ਦਾਅਵਾ ਹੈ ਕਿ ਸੀਟਾਂ ਤੁਸੀਂ ਜਿੱਤੋਗੇ, ਫਾਇਦਾ ਹੋ ਗਿਆ। ਚਮਕੌਰ ਸਾਹਿਬ ਦੀ ਗੱਲ ਕਰ ਲਈਏ, ਉੱਥੇ ਜਿਹੜੇ ਉਮੀਦਵਾਰ ਹੈਗੇ ਨੇ ਅਕਾਲੀ ਦਲ ਛੱਡ ਕੇ ਤੁਹਾਡੇ ਵੱਲ ਆਏ ਨੇ, ਤਾਂ ਫਿਰ ਇੱਥੇ ਵੀ ਸਵਾਲ ਉੱਠਦਾ ਕਿ ਤੁਹਾਡੇ ਕੋਲ ਆਪਣੇ ਬੰਦੇ ਨਹੀਂ ਹੈਗੇ, ਤੁਸੀਂ ਅਕਾਲੀ ਦਲ ਛੱਡਣ ਵਾਲੇ ਉਮੀਦਵਾਰ ਨੂੰ ਤੁਸੀਂ ਟਿਕਟ ਦਿੱਤੀ ਹੈ। ਦੇਖੋ ਬਹੁਤ ਸਾਰੀਆਂ ਸਾਡੇ ਕੋਲ 20 ਸੀਟਾਂ ਆ, 20 ਸੀਟਾਂ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਇਹੋ ਜਿਹੀਆਂ ਸੀ ਜਿੱਥੇ ਪਾਰਟੀ ਸੰਗਠਨ ਟੂ ਮੱਚ ਮਜ਼ਬੂਤ ਸੀ ਜੀ। ਬਹੁਤ ਸਾਰੀਆਂ ਸੀਟਾਂ ਇਦਾਂ ਦੀਆਂ ਸੀ ਜਿੱਥੇ 25 ਸਾਲਾਂ ਤੋਂ ਆਪਾਂ ਉੱਠ ਹੀ ਨਹੀਂ ਪਾਏ, ਉਹ ਪਹਿਲਾਂ ਤੋਂ ਹੀ ਕਮਜ਼ੋਰ ਨੇ। ਠੀਕ ਹੈ, ਕੁਝ ਸੀਟਾਂ ਸਾਡੇ ਕੋਲ ਇਦਾਂ ਦੀਆਂ ਵੀ ਆਈਆਂ, ਉਹਨਾਂ 'ਚ ਸ਼੍ਰੀ ਚਮਕੌਰ ਸਾਹਿਬ ਜਿਹੜੀ ਸਾਡੇ ਕੋਲ ਸੀਟ ਸੀ ਉਹ ਵੀ ਇਦਾਂ ਦੀ ਸੀ ਜੀ। ਕਾਂਗਰਸ ਇਹ ਚਾਹੁੰਦੀ ਸੀ ਬਈ ਇੱਥੋਂ ਬਸਪਾ ਆਪਣਾ ਕੇਡਰ ਦਾ ਕਮਜ਼ੋਰ ਜਿਹਾ ਬੰਦਾ ਦੇ ਦੇ, ਅੱਛਾ, ਤਾਂ ਜੋ ਕਾਂਗਰਸ ਨੂੰ ਸੀਟ ਅਸੀਂ ਥਾਲੀ 'ਚ ਪਰੋਸ ਕੇ ਦੇ ਦਈਏ। ਲੇਕਿਨ ਭੈਣ ਕੁਮਾਰੀ ਮਾਇਆਵਤੀ ਜੀ ਔਰ ਪੰਜਾਬ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ, ਉਹਨਾਂ ਦੀ ਪਲਾਨਿੰਗ ਇਸ ਤਰ੍ਹਾਂ ਦੀ ਆ ਕਿ ਸੀਟਾਂ ਹੀ ਭਲਾ 20 ਆ, ਜਿੱਦਾਂ ਰਿਜ਼ਲਟ ਆਉਣਾ, ਹਰਸ਼ਰਨ ਕੌਰ ਨੇ ਰਿਜ਼ਲਟ ਪੜ੍ਹਨਾ ਆ ਤੇ ਇਹ ਦੱਸਣਾ ਵੀ ਬਸਪਾ ਵਾਲੇ ਇੰਨੇ ਜਿੱਤ ਗਏ ਜੀ। ਉੱਥੇ ਕਿਸੇ ਦਾ ਟੈਗ ਨਹੀਂ ਹੋਣਾ ਕਿਹੜਾ ਕਿੱਥੋਂ ਆ ਕੇ ਜਿੱਤਿਆ ਜੀ। 20 ਦੇ ਵਿੱਚੋਂ ਕਿੰਨਾ ਤੁਸੀਂ ਮੰਨਦੇ ਹੋ? ਦੇਖੋ ਅਸੀਂ ਤਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਆ ਵੀ ਗੁਰੂ ਸਾਹਿਬ ਸਾਨੂੰ 20 ਦੀਆਂ 20 ਜਿਤਾਓ ਜੀ। ਤੇ ਇਸ ਕਰਕੇ ਜਿਹੜੀ ਕੋਈ ਸੀਟ ਵਾ 2-4 ਸੀਟਾਂ ਜੇ ਕੋਈ ਇਦਾਂ ਹੋਈਆਂ ਵੀ ਆ, ਉਹ ਇਸ ਕਰਕੇ ਹੋਈਆਂ, ਉਹ ਸਾਡੀ ਪਾਰਟੀ ਕੇਡਰ ਦੀ ਕਿਤੇ ਨਾ ਕਿਤੇ ਸੰਗਠਨਾਤਮਕ ਕਮਜ਼ੋਰੀ ਹੋਏਗੀ, ਕਿਤੇ ਆਰਥਿਕ ਕਮਜ਼ੋਰੀ ਹੋਏਗੀ, ਤਾਂ ਔਰ ਉਹਦੇ ਉਲਟ ਵਜੋਂ ਅਸੀਂ ਸੰਗਠਨ ਤੌਰ ਤੇ ਮਜ਼ਬੂਤ ਔਰ ਆਰਥਿਕ ਤੌਰ ਤੇ ਮਜ਼ਬੂਤ ਚਿਹਰਿਆਂ ਨੂੰ ਪਹਿਲ ਦਿੱਤੀ ਹੋਈ। ਇੱਕ ਸਵਾਲ ਹੋਰ ਤੁਹਾਡੇ ਤੇ ਉੱਠਦਾ ਹੈ, 2017 ਦੇ ਵਿੱਚ ਤੁਹਾਡੀ ਪਾਰਟੀ ਦਾ ਇਹ ਨਾਰਾ ਸੀਗਾ ਕਿ ਬੇਅਦਬੀ ਦੇ ਦੋਸ਼ੀ ਅਸੀਂ ਸੱਤਾ 'ਚ ਆਉਣ ਨਹੀਂ ਦੇਣੇ, ਤਾਂ ਕੀ ਹੁਣ ਠੀਕ ਹੋ ਗਿਆ ਮਸਲਾ, ਬੇਅਦਬੀ ਦਾ ਮਸਲਾ ਹੱਲ ਹੋ ਗਿਆ? ਨਹੀਂ, ਅਸੀਂ ਸਾਡੀ ਪਾਰਟੀ ਦਾ ਇਹ ਕੋਈ ਅਧਿਕਾਰਤ ਨਾਰਾ ਨਹੀਂ ਸੀਗਾ, ਅਧਿਕਾਰਤ ਨਾਰਾ ਨਹੀਂ, ਬਟ ਇਹ ਨਾ ਅਸੀਂ ਕਦੀ ਲਾਇਆ। ਔਰ ਬਿਨਾਂ ਨਾਰਾ ਲਾਏ ਤੇ ਮੈਂ ਅੱਜ ਵੀ ਕਹਿੰਦਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਜੀ ਜੀ। ਬੇਅਦਬੀ ਦੇ ਦੋਸ਼ੀਆਂ ਨੂੰ ਜੇਕਰ ਸਜ਼ਾ ਅਕਾਲੀ ਸਰਕਾਰ ਵੇਲੇ ਨਹੀਂ ਮਿਲ ਪਾਈ ਤਾਂ ਉਹ ਜ਼ਰੂਰ ਕਮੀ ਹੈ ਸਰਕਾਰ ਦੀ। ਉਸ ਤੋਂ ਵੀ ਵੱਡੀ ਕਮੀ ਇਹ ਆ ਜਿਨ੍ਹਾਂ ਨੇ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਲਾਈਵ ਵੀਡੀਓ ਪਵਾਈ, ਸਾਰੇ ਮੰਚ ਤੇ ਸਾਰੇ ਕਾਂਗਰਸੀ ਲੀਡਰ ਖੜੇ ਕੀਤੇ, ਜਿਨ੍ਹਾਂ ਚੋਂ ਅੱਜ ਇੱਕ ਕਾਂਗ ਸਟੇਟ ਦਾ ਪ੍ਰੈਜ਼ੀਡੈਂਟ ਹੈ, ਇੱਕ ਮੁੱਖ ਮੰਤਰੀ ਆ, 2 ਡਿਪਟੀ ਸੀਐਮ ਹੈ, 2 ਵਾਈਸ ਪ੍ਰੈਜ਼ੀਡੈਂਟ ਕਾਂਗਰਸ ਹੈ। ਅੱਜ ਵੀ ਉਹ ਉਹਨਾਂ ਦੇ ਗੈਂਗ ਦੇ ਸਰਦਾਰ ਨੇ, ਮਾਨਯੋਗ ਕੈਪਟਨ ਸਾਹਿਬ ਨੇ ਮੱਥੇ ਨਾਲ ਲਾਈ ਬਾਣੀ, ਵੀਡੀਓ ਬਣਾਈ, ਦਸ਼ਮੇਸ਼ ਪਿਤਾ ਵੱਲ ਨੂੰ, ਤਲਵੰਡੀ ਸਾਬੋ ਵੱਲ ਨੂੰ ਹੱਥ ਕੀਤਾ। ਅੱਜ ਤਾਂ ਦੋਸ਼ੀ ਉਹ ਨੇ ਨਾ ਜੀ।
ਅੱਜ ਉਹੀ ਹੈ ਕਿ ਕਟਹਿਰੇ ਦੇ ਵਿੱਚ ਤਾਂ ਸਾਰੇ ਹੀ ਖੜੇ ਨੇ। ਅਕਾਲੀ ਦਲ ਦੇ ਵੀ ਜਿਹੜੇ ਲੀਡਰ ਹੈਗੇ ਨੇ, ਵੱਡੇ ਲੀਡਰ ਨੇ, ਉਸ ਕੇਸ ਦੇ ਵਿੱਚ ਮੁਲਜ਼ਮ ਦੇ ਵਜੋਂ ਆਪਾਂ ਨਾ ਕਹੀਏ, ਪਰ ਉਹਨਾਂ ਨੂੰ ਤਲਬ ਕੀਤਾ ਗਿਆ ਹੈਗਾ। ਹਾਲੇ ਤੱਕ ਬੇਅਦਬੀ ਮਸਲੇ ਦਾ ਹੱਲ ਨਹੀਂ ਹੋਇਆ। ਨਹੀਂ ਕਹਿ ਸਕਦੇ ਕਿ ਉਹ ਦੋਸ਼ੀ ਨੇ ਜਾਂ ਉਹ ਨਿਰਦੋਸ਼ ਨੇ, ਦੋਨਾਂ ਚੀਜ਼ਾਂ 'ਚੋਂ ਆਪਾਂ ਨਹੀਂ ਕਹਿ ਸਕਦੇ। ਪਰ ਜੇ ਭਾਈ ਕਾਂਸ਼ੀ ਰਾਮ ਜੀ ਜਿਸ ਤਰ੍ਹਾਂ ਦਾ ਨਾਅਰਾ ਦਿੰਦੇ ਹੁੰਦੇ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਮੈਨੀਫੈਸਟੋ ਨੇ, ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਨੈਤਿਕਤਾ ਹੈਗੀ ਹੈ, ਜਿਹੜੀ ਪਾਰਟੀ ਦੇ ਉਹ ਨੈਤਿਕ ਸਿਧਾਂਤ ਨੇ, ਉਹਨਾਂ ਦੇ ਨਾਲ ਇਹ ਗੱਠਜੋੜ ਕਿਤੇ ਨਾ ਕਿਤੇ ਲੱਗਦਾ ਕਿ ਮੇਲ ਨਹੀਂ ਖਾਂਦਾ ਹੈਗਾ। ਦੇਖੋ ਸ਼ੈਲੀ ਇੱਦਾਂ ਆ, ਬੇਅਦਬੀ ਦੇ ਜਿਨ੍ਹਾਂ ਨੇ ਰਾਜ 'ਚ ਹੋਈ ਉਹਨਾਂ ਦੀ ਕਮੀ ਹੈ, ਜਿਨ੍ਹਾਂ ਨੇ ਰਾਜ ਲੈ ਕੇ ਉਸ ਨਾਂ ਦੇ ਉੱਤੇ ਅੱਜ ਤੱਕ ਕਾਰਵਾਈ ਨਹੀਂ ਕੀਤੀ ਉਹਨਾਂ ਦੀ ਵੀ ਕਮੀ ਹੈ। ਬਸਪਾ ਨਾ ਤਾਂ ਸੱਤਾ 'ਚ ਆਈ ਆ, ਨਾ ਇਸ ਮੁੱਦੇ ਤੇ ਪੰਥ ਨੂੰ ਮੰਨਣ ਵਾਲਿਆਂ ਨੇ ਕਦੇ ਉਸ ਤਰੀਕੇ ਨਾਲ ਬਸਪਾ ਨੂੰ ਵੋਟ ਕੀਤਾ ਆ। ਪਰ ਇਹ ਤਾਂ ਸੱਚਾਈ ਹੈ ਨੰਬਰ 1। ਨੰਬਰ 2, ਅਸੀਂ ਫੇਰ ਵੀ ਜ਼ਿੰਮੇਵਾਰੀ ਤੋਂ ਨਹੀਂ ਭੱਜਦੇ। ਅਸੀਂ ਫੇਰ ਵੀ ਕਹਿੰਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡਾ, ਅਸੀਂ ਮੰਨਦੇ ਆ। ਸਾਡੀਆਂ ਰੀਤੀ ਰਸਮੋ ਰਿਵਾਜ ਜਿਹੜੇ ਆ ਸਾਰੇ ਧਰਮ ਗ੍ਰੰਥਾਂ ਨਾਲ ਹੁੰਦੇ, ਉਹਨਾਂ 'ਚ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਆ। ਔਰ ਕਿਸੇ ਵੀ ਧਰਮ ਗ੍ਰੰਥ ਦੀ, ਇਕੱਲਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਹੀਂ, ਕਿਸੇ ਵੀ ਧਰਮ ਗ੍ਰੰਥ ਦੀ ਭਾਰਤੀ ਲੋਕਤੰਤਰ ਦੇ, ਭਾਰਤ ਦੇ ਸੰਵਿਧਾਨ ਦੇ ਕਾਨੂੰਨਾਂ ਦੇ ਤਹਿਤ ਬੇਅਦਬੀ ਨਹੀਂ ਹੋਣੀ ਚਾਹੀਦੀ। ਜੇ ਕਿਸੇ ਨੇ ਕੀਤੀ ਆ, ਉਹ ਚਾਹੇ ਗੀਤਾ ਹੋਵੇ, ਚਾਹੇ ਕੁਰਾਨ ਹੋਵੇ, ਚਾਹੇ ਬਾਈਬਲ ਹੋਵੇ, ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸਜ਼ਾ ਸਾਰਿਆਂ ਲਈ ਇੱਕੋ ਜਿਹੀ ਆ। ਪਰ ਜੇ ਆਪਾਂ ਤੁਸੀਂ ਆਪਣੇ ਆਪ ਨੂੰ ਹੁਣੇ ਇੱਕ ਸਿੱਖ ਜੇ ਮੰਨਦੇ ਹੋ, ਸਿਆਸਤਦਾਨ ਨੂੰ ਪਾਸੇ ਹਟਾ ਦਿਓ, ਤਾਂ ਜਦੋਂ ਸਿਆਸੀ ਮੁਫਾਦ ਆ ਜਾਂਦੇ ਨੇ ਤਾਂ ਉਦੋਂ ਇਹ ਚੀਜ਼ਾਂ ਤੁਹਾਨੂੰ ਲੱਗਦਾ ਨਹੀਂ ਕਿ ਪਾਸੇ ਰਹਿ ਜਾਂਦੀਆਂ ਨੇ? ਜਦੋਂ ਆਪਾਂ ਸਿਆਸੀ ਤੌਰ ਤੇ ਸਮਝੌਤੇ ਕਰਦੇ ਹਾਂ ਤਾਂ ਇਹ ਚੀਜ਼ਾਂ ਥੋੜ੍ਹੀਆਂ ਨੀਵੀਆਂ ਰਹਿ ਜਾਂਦੀਆਂ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਜਾਂ ਜਾਂ ਫਿਰ ਤੁਹਾਡੀ ਪਾਰਟੀ ਦੀ ਤਾਂ ਵਿਚਾਰਧਾਰਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਜੇ ਆਪਾਂ ਸਿਆਸੀ, ਜਿਵੇਂ ਸਿਆਸੀ ਤੁਸੀਂ ਕਿਹਾ ਕਿ ਸਿਆਸੀ ਗੱਠਜੋੜ ਕੀਤਾ ਆ, ਬਾਕੀ ਚੀਜ਼ਾਂ ਤਾਂ ਥੱਲੇ ਰਹਿ ਗਈਆਂ ਨਾ। ਦੇਖੋ, ਮੇਰਾ ਇਹ ਨਿੱਜੀ ਵਿਚਾਰ ਹੈ, ਮੈਂ ਫਰਾਂਸ ਦੀ ਯਾਤਰਾ ਦੌਰਾਨ ਸਿੱਖਿਆ, ਉੱਥੋਂ ਦੇ ਹਰ ਸਿਟੀਜ਼ਨ ਨੂੰ 4 ਦੀਵਾਰੀ ਵਿੱਚ ਧਰਮ ਮੰਨਣ ਦੀ ਆਜ਼ਾਦੀ ਆ। ਜਦੋਂ 4 ਦੀਵਾਰੀ ਤੋਂ ਬਾਹਰ ਆਉਂਦਾ ਆ, ਨਾ ਉਹ ਹਿਜਾਬ ਲਾਉਣ ਦਿੰਦੇ ਆ, ਨਾ ਉਹ ਕੜਾ ਪਾਉਣ ਦਿੰਦੇ ਆ। ਉਹ ਕਹਿੰਦੇ ਬਾਹਰ ਤੁਸੀਂ ਸਿਟੀਜ਼ਨ ਬਣ ਕੇ ਆਓ। ਮੈਂ ਵੀ ਇਸੇ ਸੋਚ ਦਾ ਧਾਰਨੀ ਆ ਕਿ ਸਾਨੂੰ ਜਿਹੜਾ ਹੈਗਾ ਆਪਣਾ ਜਿਹੜਾ ਧਰਮ ਆ, ਜੇ ਮੈਂ ਹਿੰਦੂ ਆ ਤਾਂ ਮੈਂ ਆਪਣੀ 4 ਦੀਵਾਰੀ 'ਚ ਹਿੰਦੂ ਰਹਾਂ, ਜੇ ਮੈਂ ਸਿੱਖ ਆ ਤਾਂ ਮੈਂ ਆਪਣੀ 4 ਦੀਵਾਰੀ ਸਿੱਖ ਰਹਾਂ, ਜੇ ਮੈਂ ਮੁਸਲਮਾਨ ਆ ਤਾਂ ਮੈਂ ਆਪਣੀ 4 ਦੀਵਾਰੀ 'ਚ ਮੁਸਲਮਾਨ ਰਹਾਂ। ਇਹ ਮੇਰਾ ਪਰਸਨਲ ਮੈਟਰ ਹੈ। ਜਦੋਂ ਮੈਂ ਪੋਲੀਟੀਕਲ ਤੌਰ ਤੇ ਬਾਹਰ ਆਉਣਾ ਤਾਂ ਮਾਨਸ ਕੀ ਜਾਤੀ ਸਭ ਏਕੇ ਪਹਿਚਾਣੋ, ਸਰਬੱਤ ਦਾ ਭਲਾ ਹੋ, ਇਹਨਾਂ ਸਿਧਾਂਤਾਂ ਨੂੰ ਲੈ ਕੇ ਹੀ ਮੈਨੂੰ ਸੜਕ ਤੇ ਆਉਣਾ ਪਏਗਾ। ਔਰ ਮੈਂ ਇਹਨਾਂ ਸਿਧਾਂਤਾਂ ਦਾ, ਚਾਹੇ ਉਹ ਇੱਕ ਸਿਟੀਜ਼ਨ ਦੇ ਤੌਰ ਤੇ ਧਾਰਨੀ ਰੱਖ ਲਓ, ਚਾਹੇ ਇੱਕ ਸਿੱਖ ਦੇ ਤੌਰ ਤੇ ਧਾਰਨੀ ਰੱਖ ਲਓ, ਚਾਹੇ ਮੈਨੂੰ ਹਿੰਦੂ ਸਮਝ ਕੇ ਇਸ ਗੱਲ ਦਾ ਧਾਰਨੀ ਰੱਖ ਲਓ, ਚਾਹੇ ਮੈਨੂੰ ਬੁੱਧਿਸਟ ਸਮਝ ਕੇ ਧਾਰਨੀ ਰੱਖ ਲਓ, ਭਵਤੂ ਸਭ ਮੰਗਲਮ, ਚਾਹੇ ਭੈਣ ਕੁਮਾਰੀ ਮਾਇਆਵਤੀ ਜੀ ਦਾ ਸਿਪਾਹੀ ਮੰਨ ਕੇ ਸਰਬਜਨ ਹਤਾਏ ਸਰਬਜਨ ਸੁਖਾਏ, ਚਾਹੇ ਮੈਨੂੰ ਬਾਬਾ ਸਾਹਿਬ ਅੰਬੇਡਕਰ ਦਾ ਅਨੁਯਾਈ ਮੰਨ ਕੇ, ਜਿਹੜਾ ਕੰਸਟੀਟਿਊਸ਼ਨ ਸੰਵਿਧਾਨ ਇਹ ਕਹਿੰਦਾ ਜਾਤੀ, ਧਰਮ, ਨਸਲ, ਸਥਾਨ, ਲਿੰਗ, ਇਹ 5 ਵਿਤਕਰੇ, 5 ਟਾਈਪ ਡਿਸਕ੍ਰਿਮੀਨੇਸ਼ਨ ਹੈ, ਇਹ ਨਹੀਂ ਹੋਣੀਆਂ ਚਾਹੀਦੀਆਂ। ਜੇ ਆਪਾਂ ਇਸੇ ਤੇ ਮਾੜੀ ਜੀ ਗੱਲ ਕਰ ਲਈਏ, ਹੁਣ ਤੁਸੀਂ ਗੱਲ ਛੇੜ ਹੀ ਲਈ ਹੈ, ਸਿੱਖੀ ਦੀ ਜਿਹੜੀ ਵਿਚਾਰਧਾਰਾ ਹੈਗੀ ਹੈ ਤਾਂ ਸਿੱਖ ਸਿਰਫ ਸਿੱਖ ਹੈ, ਉੱਥੇ ਜਾਤ ਪਾਤ ਦਾ ਕੋਈ ਮਤਲਬ ਨਹੀਂ ਹੈਗਾ। ਪਰ ਜੇ ਆਪਾਂ ਦੇਖ ਲਈਏ, ਜਿਹੜੀਆਂ ਸਿੱਖ ਸੰਸਥਾਵਾਂ ਨੇ, SGPC ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੀ ਰਹੇ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅੱਜ ਹਰਪ੍ਰੀਤ ਸਿੰਘ ਨੇ, ਗਿਆਨੀ ਹਰਪ੍ਰੀਤ ਸਿੰਘ ਨੇ, ਤੇ ਜੇ ਆਪਾਂ ਆਮ ਤੌਰ ਤੇ ਲੋਕਾਂ ਦੀ ਵਿਚਾਰਧਾਰਾ ਦੇਖ ਲਈ ਤਾਂ ਕਿਹਾ ਜਾਂਦਾ ਕਿ ਜੱਟ ਆਪਣੀ ਜਾਤ ਦਾ ਹੰਕਾਰ ਕਰਦੇ ਨੇ, ਤਾਂ ਕੀ ਇਹ ਗੱਲ ਹੈ ਜਿਹੜੀ ਉਹ ਦਲਿਤ ਭਾਈਚਾਰੇ ਤੇ ਵੀ ਨਹੀਂ ਢੁੱਕਦੀ ਹੈਗੀ? ਦੇਖੋ, ਆਪਣੀ ਆਪਣੀ ਜਾਤੀ ਤੇ ਹੰਕਾਰ ਕਰਨਾ ਕਿ ਅਸੀਂ ਨਿਕਲ ਨਹੀਂ ਪਾਉਂਦੇ, ਸਾਨੂੰ ਸਾਡੇ ਗੁਰੂ ਸਾਹਿਬ ਨੇ ਰੋਕਿਆ। ਉਹਨਾਂ ਨੇ ਤਾਂ ਕਿਹਾ ਕਿ ਮੂਰਖ ਗਵਾਰਾ ਜਾਤੀ ਦਾ ਹੰਕਾਰ ਨਾ ਕਰ, ਮੂਰਖਾ ਬੇਅਕਲਿਆ ਜਾਤੀ ਕਾ ਗਰਵ, ਏਦਾਂ ਕੁਛ ਆਉਂਦਾ ਗੁਰਬਾਣੀ 'ਚ। ਇਸ ਕਰਕੇ ਸਾਨੂੰ ਗਰਵ ਨਾ ਕੀਜੈ ਮੂਰਖ ਗਵਾਰਾ, ਪਤਾ ਨਹੀਂ ਏਦਾਂ ਕੁਛ ਆਉਂਦਾ। ਇਸ ਕਰਕੇ ਜਾਤੀ ਔਰ ਜਿਹੜਾ ਇਹ ਗਰਵ ਆ, ਇਹ ਸਾਨੂੰ ਸਾਰਿਆਂ ਨੂੰ ਇੱਕ ਚੰਗੇ ਸ਼ਹਿਰੀ ਹੋਣ ਦੇ ਨਾਤੇ ਤਿਆਗਣਾ ਚਾਹੀਦਾ ਜੀ। ਤੇ ਜੇ ਆਪਾਂ ਆਪਣੀ ਪਾਰਟੀ ਬਹੁਜਨ ਸਮਾਜ ਪਾਰਟੀ ਦੇਖ ਲਈ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਡੇਰੇ ਨੇ ਜਿਹੜੇ ਕਿ ਦਲਿਤ ਭਾਈਚਾਰੇ ਦੇ ਨਾਮ ਤੇ ਬਣੇ ਹੋਏ ਨੇ, ਔਰ ਆਪਣੀ ਪਾਰਟੀ ਪੂਰੀ ਫੁੱਲ ਸਪੋਰਟ ਕਰਦੀ ਆ ਉਹਨਾਂ ਨੂੰ। ਤਾਂ ਇੱਥੇ ਵੀ ਕੀ ਅਸੀਂ ਜਾਤੀਵਾਦ ਨੂੰ ਬੜਾਵਾ ਨਹੀਂ ਦਿੰਦੇ? ਨਹੀਂ, ਜਾਤੀ ਦੇ ਨਾਂ ਤੇ ਤਾਂ ਕੋਈ ਮੈਂ ਡੇਰਾ ਦੇਖਿਆ ਨਹੀਂ ਜੀ ਪੰਜਾਬ 'ਚ। ਕਿਤੇ ਨਹੀਂ ਲਿਖਿਆ ਆ ਵੀ ਇਹ ਚਮਾਰਾਂ ਦਾ ਡੇਰਾ ਆ, ਇਹ ਵਾਲਮੀਕੀਆਂ ਦਾ ਡੇਰਾ ਆ, ਇਹ ਨਾਮ ਚਾਹੇ ਨਹੀਂ ਲਿਖਿਆ ਹੁੰਦਾ ਪਰ ਪਤਾ ਹੁੰਦਾ ਕਿ ਹਾਂ ਇਹ ਜਿਹੜਾ ਇਸ ਕਾਸਟ ਨੂੰ ਬਿਲੋਂਗ ਕਰਦਾ, ਕਾਸਟਿਜ਼ਮ ਹੈਗਾ, ਇਹ ਆਪਾਂ ਨੂੰ ਮੰਨਣਾ ਪਊਗਾ। ਉਹ ਤਾਂ ਜੀ ਜਿੰਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਪਿਆ, ਕਿਤੇ ਹਿੰਦੂ ਮੰਦਿਰ ਵੀ ਪਿਆ, ਕਿਤੇ ਕੁਰਾਨ ਵੀ ਪਿਆ, ਕਿਤੇ ਬਾਈਬਲ, ਉਹ ਕਿਤੇ ਨਾ ਕਿਤੇ ਜਿਹੜਾ ਆਪਰੇਟ ਕਰਦਾ ਉਹਦੀ ਕੋਈ ਨਾ ਕੋਈ ਤਾਂ ਜਾਤੀ ਸਾਰੇ ਲੈ ਕੇ ਤੁਰੇ ਹੋ ਜੀ ਆਪਾਂ। ਤੇ ਜਿਹੜਾ ਰਾਖਵਾਂਕਰਨ ਹੈ, ਆਪਾਂ ਇੱਕ ਵੈਸੇ ਇਹ ਗੱਲ ਛਿੜ ਗਈ ਹੈ ਕਿ ਰਾਖਵਾਂਕਰਨ ਵੀ ਜਾਤ ਪਾਤ ਨੂੰ ਪ੍ਰਮੋਟ ਨਹੀਂ ਕਰਦਾ, ਕੀ ਲੱਗਦਾ ਤੁਹਾਨੂੰ? ਨਹੀਂ, ਬਿਲਕੁਲ ਨਹੀਂ ਕਰਦਾ ਜੀ। ਰਾਖਵਾਂਕਰਨ ਨੇ ਤਾਂ ਜਾਤੀਆਂ ਘਟਾਈਆਂ ਜੀ, ਜਾਤੀ ਭੇਦ ਘਟਾਇਆ।
ਰਾਖਵਾਂਕਰਨ ਕਰਕੇ ਐਜੂਕੇਸ਼ਨ ਆਈ, ਰਾਖਵਾਂਕਰਨ ਕਰਕੇ ਵਜ਼ੀਫੇ ਮਿਲੇ, ਰਾਖਵਾਂਕਰਨ ਕਰਕੇ ਨੌਕਰੀਆਂ ਚਾਹੇ, ਇਕੱਠੇ ਖਾਣ ਪੀਣ ਲੱਗੇ, ਰਾਖਵਾਂਕਰਨ ਕਰਕੇ ਜਿੱਥੇ ਆਪਾਂ ਬੈਠੇ ਏਰੀਏ ਦੇ ਵਿੱਚ 90% ਜਿਹੜਾ ਇਹ ਰਿਹਾਇਸ਼ੀ ਆ ਏਰੀਆ 80% ਇਹ ਸ਼ਡਿਊਲ ਕਾਸਟ ਭਾਈਚਾਰੇ ਦਾ ਆ। ਆਪਸ ਦੇ ਵਿੱਚ ਇੰਟਰਕਾਸਟ ਮੈਰਿਜਾਂ ਹੋਣ ਲੱਗੀਆਂ ਆ ਜਦੋਂ ਬੜੇ ਬੜੇ ਅਫਸਰ ਬਣੇ, ਉਹਨਾਂ ਦਾ ਘਟਿਆ ਜੀ ਭੇਦਭਾਵ ਜੀ। ਸੋ ਆਪਾਂ ਹੁਣ ਅੱਗੇ ਚੱਲੀਏ ਪਾਰਟੀ ਦੇ ਵਿੱਚ। ਜਦੋਂ ਹੁਣ ਵੋਟਾਂ ਪੈਣੀਆਂ ਹੈਗੀਆਂ ਨੇ, ਅਲਾਇੰਸ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਜੋ ਤੁਹਾਡਾ ਅਲਾਇੰਸ ਹੋਇਆ ਸੀ ਤਾਂ ਸੁਖਬੀਰ ਬਾਦਲ ਨੇ ਇਹ ਐਲਾਨ ਕੀਤਾ ਸੀ ਕਿ ਬਸਪਾ ਦੇ ਡਿਪਟੀ ਸੀਐਮ ਨੇ ਜਿਹੜੇ ਉਹ ਆਉਣਗੇ, ਤੇ ਚਿਹਰਾ ਜੇ ਦੇਖ ਲਈ ਤਾਂ ਤੁਹਾਡਾ ਚਿਹਰਾ ਹੀ ਦੇਖਦੇ ਨੇ ਲੋਕ ਜੇ ਗੱਠਜੋੜ ਆਉਂਦਾ ਹੈਗਾ ਪੰਜਾਬ ਦੇ ਡਿਪਟੀ ਸੀਐਮ ਵਜੋਂ। ਪਰ ਉਸ ਤੋਂ ਬਾਅਦ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਾ ਕੇ ਮੁੱਦਾ ਖਤਮ ਕਰਤਾ ਇੱਕ ਤਰੀਕੇ ਨਾਲ। ਤਾਂ ਕੀ ਹੁਣ ਬਸਪਾ ਦਾ ਸੀਐਮ ਨਹੀਂ ਬਣ ਸਕਦਾ ਪੰਜਾਬ ਦੇ ਵਿੱਚ? ਦੇਖੋ, ਅੱਜ ਦੇ ਦਿਨ ਸਾਡਾ ਸਮਝੌਤਾ ਚੋਣਾਂ ਲੜਨ ਦਾ ਆ, ਚੋਣਾਂ ਲੜ ਕੇ ਐਮਐਲਏ ਜਿਤਾਉਣ ਦਾ ਆ, ਐਮਐਲਏ ਜਿਤਾ ਕੇ ਆਪਣੀ ਸਾਂਝੀ ਸਰਕਾਰ ਬਣਾਉਣ ਦਾ ਆ ਜੀ। ਇਹ ਜਿਹੜੇ ਮੁੱਦੇ ਨੇ ਭਵਿੱਖ ਦੇ ਗਰਭ ਦੇ ਵਿੱਚ ਨੇ। ਅੱਜ ਜੇ ਬਹੁਜਨ ਸਮਾਜ ਪਾਰਟੀ ਤਕੜੀ ਹੋਈ, ਹਾਥੀ ਤਕੜਾ ਹੋਇਆ ਤਾਂ ਗੱਠਜੋੜ ਹੋਇਆ। ਜਦੋਂ ਗੱਠਜੋੜ ਹੋਇਆ ਤਾਂ ਉਹਦੇ 'ਚ ਅਸੀਂ ਆਪਣੀ ਰਣਨੀਤੀ ਐਲਾਨੀ ਜੀ ਕਿ ਇੱਕ ਸੀਐਮ ਚਿਹਰਾ, ਡਿਪਟੀ ਸੀਐਮ ਚਿਹਰਾ ਹਿੰਦੂ ਦੇਾਂਗੇ, ਇੱਕ ਸ਼ਡਿਊਲ ਕਾਸਟ ਦਲਿਤ ਦੇਾਂਗੇ। ਉਸ ਕਾਟ ਨੂੰ ਕੱਟਣ ਲਈ ਕਾਂਗਰਸ ਜਿਹੜੀ ਆਜ਼ਾਦੀ ਦੇ 74 ਸਾਲਾਂ 'ਚ ਦੁਬਕੀ ਬੈਠੀ ਸੀ, ਹਾਥੀ ਤੋਂ ਡਰ ਕੇ, ਘਬਰਾ ਕੇ, ਬਹੁਜਨ ਸਮਾਜ ਪਾਰਟੀ ਤੋਂ ਘਬਰਾ ਕੇ, ਬਸਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਰਣਨੀਤੀ ਤੋਂ ਘਬਰਾ ਕੇ ਉਹਨਾਂ ਨੇ ਇਹ ਚਿਹਰਾ ਜਿਹੜਾ ਆ ਦਲਿਤ ਚਿਹਰਾ ਸੀਐਮ ਦਿੱਤਾ। ਔਰ ਦਲਿਤ ਚਿਹਰਾ ਜਿਹੜਾ ਸੀਐਮ ਦਿੱਤਾ, ਅਸੀਂ ਪਹਿਲੇ ਦਿਨ ਇਹ ਕਿਹਾ ਸੀਗਾ ਇਹ ਕਾਂਗਰਸ ਨੇ ਦਲਿਤਾਂ ਨਾਲ ਵਿਸ਼ਵਾਸਘਾਤ ਕੀਤਾ। ਔਰ ਉਹ ਰੋਜ਼ੇ ਐਲਾਨ ਕਰਨ ਲੱਗਾ, ਆਹ ਐਲਾਨ 36,000 ਪੱਕੇ ਕਰਤੇ ਜੀ, ਗੁਰੂਦਾਸ ਜੀ ਦੇ ਨਾਂ ਤੇ 4 ਮਾਰਗੀ ਸੜਕ ਬਣਾਤੀ ਜੀ, ਆਦਮਪੁਰ ਦੇ ਹਵਾਈ ਅੱਡੇ ਦਾ ਨਾਂ ਗੁਰੂਦਾਸ ਜੀ ਦੇ ਨਾਂ ਤੇ ਰੱਖਤਾ ਜੀ। ਪਰ ਉਹਨਾਂ ਨੇ ਕੰਮ ਵੀ ਕੀਤੇ ਆ ਭਾਈਚਾਰੇ ਲਈ, ਕੁਛ ਨਾ ਕੁਛ ਕੰਮ ਕੀਤੇ। ਉਹਦੇ 'ਚ 60 ਦਿਨਾਂ 'ਚ 60 ਐਲਾਨ, 100 ਦਿਨਾਂ 'ਚ 100 ਐਲਾਨ ਜੀ। ਔਰ ਜਦੋਂ ਅੱਜ ਅਸੀਂ ਇਕੱਲੇ ਐਲਾਨ ਦੀ ਪੜਚੋਲ ਕਰਦੇ ਆ, ਨਾ ਤਾਂ 36,000 ਮੁਲਾਜ਼ਮ ਕੋਈ ਪੱਕਾ ਹੋਇਆ, ਬਿਲਕੁਲ ਨਹੀਂ। ਲਾਲ ਲੀਕ ਵਾਲੇ ਅੱਜ ਕੋਈ ਵੀ ਇੱਕ ਘਰ ਤੁਸੀਂ ਮੈਨੂੰ ਦਿਖਾ ਦਿਓ ਜਿਹਨੂੰ ਰਜਿਸਟਰੀ ਮਿਲੀ ਆ, ਬਿਲਕੁਲ ਨਹੀਂ ਹੋਇਆ। 30,000 ਪਲਾਟ ਇਹਨਾਂ ਨੇ ਕਿਹਾ 5-5 ਮਾਲੇ ਸਨਦਾਂ ਦੇਤੀਆਂ, ਕੋਈ ਇੱਕ ਵੀ ਪੰਜਾਬ 'ਚ ਉੱਠ ਕੇ ਕਹਿਦਾ ਕਿ ਅਸੀਂ ਸਨਦ ਪ੍ਰਾਪਤ ਕੀਤੀ ਸਰਕਾਰ ਤੋਂ। ਗੁਰੂਦਾਸ ਜੀ ਦੇ ਨਾਂ ਤੇ ਕਹਿੰਦਾ ਮੈਂ 4 ਮਾਰਗੀ ਸੜਕ ਬਣਾਵਾਂਗਾ, ਇੱਕ ਬੱਟ ਵੀ ਐਕਵਾਇਰ ਨਹੀਂ ਕਰ ਸਕਿਆ। 100 ਕਰੋੜ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਤੇ ਅਜਾਇਬ ਘਰ ਬਣਾਉਣ ਦਾ ਐਲਾਨ ਕੀਤਾ, 100 ਰੁਪਏ 100 ਦੁੱਕੀਆਂ ਨਹੀਂ ਲੱਗੀਆਂ ਉੱਥੇ। ਮਤਲਬ ਜਿੰਨੇ ਐਲਾਨ ਹੋਏ, ਪੂਰਾ ਬਹੁਜਨ ਸਮਾਜ ਜਿਹੜਾ ਆ ਉਹ ਇਸ ਗੱਲ ਤੋਂ ਜਾਗਰਤ ਹੈ। ਔਰ ਕਾਂਗਰਸ ਬਸਪਾ ਦੇ ਹਾਥੀ ਤੋਂ ਇੰਨਾ ਘਬਰਾਈ ਹੋਆ ਕਿ ਚੰਨੀ ਨੂੰ ਕਹਿ ਰਹੀ ਆ ਮੁੱਖ ਮੰਤਰੀ ਨੂੰ ਵੀ ਤੂੰ ਏਦਾਂ ਕਰ, ਆਦਮਪੁਰੋਂ ਵੀ ਸੀਟ ਲੜ ਲੈ ਜਾ ਕੇ ਜੀ, ਵੀ ਇਹ ਆਦਮਪੁਰੋਂ ਦੁਆਬੇ ਚੋਂ ਵੀ ਲੜ ਲੈ। ਕਿਤੇ ਨਾ ਕਿਤੇ ਤਾਂ ਉਹ ਤਿਆਰੀ ਕਰ ਰਹੇ ਨੇ ਕਿ ਸੀਐਮ ਚੰਨੀ ਨੂੰ ਹੀ ਉਹ ਅਗਲਾ ਸੀਐਮ ਮੰਨ ਰਹੇ ਨੇ ਆਪਣੀ ਪਾਰਟੀ ਵੱਲੋਂ। ਤਾਂ ਫਿਰ ਫਰਕ ਨਹੀਂ ਪਊਗਾ ਤੁਹਾਡੇ ਗੱਠਜੋੜ ਤੇ, ਕਿਉਂਕਿ ਚੰਨੀ ਲੋਕਾਂ ਦੇ ਵਿੱਚ ਆ ਚੁੱਕੇ ਨੇ, ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਉਹਨਾਂ ਨੇ ਅਸੈਪਟ ਕਰ ਲਈ ਹੈ ਲੋਕਾਂ ਨੇ ਉਹ ਤਸਵੀਰ। ਅਸਲ ਔਰ ਨਕਲ ਦੋ ਦੁਕਾਨਾਂ, ਇੱਕ ਤੇ ਬ੍ਰਾਂਡਡ ਅਸਲ ਪਿਆ ਆ ਜੀ, ਦੂਜੇ ਤੇ ਮਿਲਗੋਬਾ ਪਿਆ ਆ, ਤਾਂ ਪਿਊਮਾ ਉਹਦੇ ਤੇ ਵੀ ਪਿਆ ਆ, ਤੇ ਇੱਕ ਪਿਊਮਾ ਦੇ ਸ਼ੋਰੂਮ 'ਚ ਪਿਊਮਾ ਪਿਆ ਆ, ਤੇ ਜਿਹਨੇ ਪਿਊਮਾ ਖਰੀਦਣਾ ਉਹਨੂੰ ਸ਼ੋਰੂਮ ਤੇ ਜਾਣਾ ਆ। ਅੱਜ ਬਹੁਜਨ ਸਮਾਜ ਦਾ ਜਿਹੜਾ ਬ੍ਰਾਂਡ ਹੈ ਉਹ ਬਹੁਜਨ ਸਮਾਜ ਪਾਰਟੀ ਹੀ ਹੈ ਜੀ। ਦਲਿਤ ਪਛੜੇ ਵਰਗਾਂ ਦਾ ਜਿਹੜਾ ਬ੍ਰਾਂਡ ਹੈ ਉਹ ਬਹੁਜਨ ਸਮਾਜ ਪਾਰਟੀ ਹੀ ਹੈ। ਘੱਟ ਗਿਣਤੀ, ਗਰੀਬ, ਮਜਲੂਮ, ਕਮਜ਼ੋਰ ਦੀ ਅੱਜ ਵੀ ਜੇ ਕੋਈ ਬ੍ਰਾਂਡ ਹੈ ਪੂਰੇ ਦੇਸ਼ ਵਿੱਚ ਤਾਂ ਬਹੁਜਨ ਸਮਾਜ ਪਾਰਟੀ ਆ। ਇਹ ਕਾਂਗਰਸ ਇਦਾਂ ਦੇ ਨਕਲ ਬ੍ਰਾਂਡ ਲਿਆ ਕੇ ਰੱਖਦੀ ਹੈ, ਉਹ ਮੇਲਿਆਂ ਮੂਲਿਆਂ ਤੇ ਵਿਕਣ ਵਾਲੇ ਨੇ। ਤੇ ਪਰ ਲੋਕ ਪੁੱਛਣਾ ਚਾਹੁੰਦੇ ਕਿ ਦਲਿਤ ਵਰਗ ਦੇ ਲਈ ਕੋਈ, ਜੇ ਆਪਾਂ ਕਹੀਏ ਕਿ 5 ਕੰਮ ਤੁਸੀਂ ਗਿਣਾਓ ਕਿ ਕਿਹੜੇ ਤੁਹਾਡੀ ਪਾਰਟੀ ਨੇ ਕੀਤੇ ਕਿ ਉਹ ਤੁਹਾਡੇ ਨਾਲ ਜੁੜਨਗੇ ਡਟ ਕੇ, ਤੁਸੀਂ ਹੁਣੇ ਦਾਅਵਾ ਕੀਤਾ ਹੈ, ਕੀ ਕੰਮ ਨੇ ਜਿਹੜੇ? ਕਿਉਂਕਿ ਅੱਜ ਪੰਜਾਬ ਦੇ ਵਿੱਚ ਸੱਚਾਈ ਹੈ ਕਿ ਭਾਈਚਾਰੇ ਦੇ ਲੋਕਾਂ ਕੋਲੇ, ਸਾਰਿਆਂ ਕੋਲੇ ਆਪਣੇ ਘਰ ਤੱਕ ਨਹੀਂ ਹੈਗੇ, ਪੀਣ ਵਾਲਾ ਪਾਣੀ ਹੈ ਉਹ ਨਹੀਂ ਹੈਗਾ, ਬਿਜਲੀ ਸਾਰਿਆਂ ਤੱਕ ਨਹੀਂ ਪਹੁੰਚਦੀ। ਦੇਖੋ ਅਸੀਂ ਜਿਹੜੇ ਇੱਕ ਤਾਂ ਹੋ ਗਏ ਕੰਮ ਜਿਹੜੇ ਅਸੀਂ ਉੱਤਰ ਪ੍ਰਦੇਸ਼ 'ਚ ਕੀਤੇ, ਇੱਕ ਅਸੀਂ ਜਿਹੜੇ ਪੰਜਾਬ 'ਚ ਕਰਨ ਜਾ ਰਹੇ ਹਾਂ। ਜਿਹੜੇ ਅਸੀਂ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ, ਦੇਖੋ ਸਿੱਖਿਆ ਦੇ ਪੱਧਰ ਤੇ ਅਸੀਂ ਇਹ ਡਿਕਲੇਅਰ ਕਰਤਾ ਕਿ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ ਉਹ ਐਸਸੀ ਨੂੰ ਵੀ ਮਿਲਦੀ ਆ, ਬੀਸੀ ਨੂੰ ਵੀ ਮਿਲਦੀ ਆ, ਮਾਈਨੋਰਟੀ ਸਿੱਖ ਮੁਸਲਮਾਨ ਈਸਾਈ ਨੂੰ ਵੀ ਮਿਲਦੀ ਆ, ਜਨਰਲ ਦੇ ਗਰੀਬ ਨੂੰ ਵੀ ਮਿਲਦੀ। ਉਹ ਸਾਰੇ ਵਰਗਾਂ ਦੇ ਵਿਦਿਆਰਥੀਆਂ ਲਈ ਆ, ਉਹਨੂੰ ਤੁਰੰਤ ਅਸੀਂ ਲਾਗੂ ਕਰਾਂਗੇ। ਜਿਹੜੇ ਪੰਜਾਬ ਤੋਂ ਬਾਹਰ ਪੜ੍ਹਨਾ ਚਾਹੁੰਦੇ ਆ, ਵਿਦਿਨ ਦਾ ਕੰਟਰੀ ਜਾਂ ਆਊਟ ਆਫ ਕੰਟਰੀ, ਉਹਨਾਂ ਲਈ 10 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਅਸੀਂ ਕਰਜ਼ ਸਹਾਇਤਾ ਦੇਵਾਂਗੇ। ਔਰ ਸਿਹਤ ਦੇ ਮਾਮਲੇ 'ਚ ਅਸੀਂ ਇਹ ਐਲਾਨ ਕੀਤਾ ਕਿ ਹਰ ਸਿਟੀਜ਼ਨ ਜਿਹੜਾ ਆ ਕੈਨੇਡਾ ਪੈਟਰਨ ਦੇ ਉੱਤੇ, ਕੈਨੇਡਾ ਗੌਰਮੈਂਟ ਪੈਟਰਨ ਦੇ ਉੱਤੇ ਹਰ ਸਿਟੀਜ਼ਨ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦੇਵਾਂਗੇ ਜੀ, ਤਾਂ ਜੋ ਆਪਣੇ ਸ਼ਹਿਰੀ ਉਹ ਜਿਹੜਾ ਆਪਣਾ ਸਹੀ ਤਰੀਕੇ ਨਾਲ ਇਲਾਜ ਕਰਾ ਸਕਣ। ਔਰ ਹਰ ਜ਼ਿਲ੍ਹੇ 'ਚ 500 ਬੈੱਡ ਦਾ ਮਲਟੀ ਸਪੈਸ਼ਲਿਟੀ ਹਸਪੀਟਲ
ਠੀਕ ਹੈ, ਸਿਹਤ ਦੇ ਮਾਮਲੇ 'ਚ ਜੀ। ਔਰ ਮੈਨੂੰ ਇਦਾਂ ਲੱਗਦਾ ਕਿ ਅੱਜ ਛੋਟੇ ਛੋਟੇ ਵੀ ਕੇਸ ਹੁੰਦੇ ਆ, CMC DMC PGI ਅਦਰ, ਤੇ ਉਹ ਆਮ ਜਿਹੜਾ ਸ਼ਹਿਰੀ ਆ ਉਹ ਵਿਚਾਰਾ ਪ੍ਰਾਈਵੇਟ ਦੁਕਾਨਾਂ ਤੇ ਬੁਰੀ ਤਰ੍ਹਾਂ ਰਗੜ ਹੋ ਜਾਂਦਾ। ਜੀ ਜੀ। ਜੇਕਰ ਜ਼ਿਲ੍ਹਾ ਹੈੱਡਕੁਆਟਰ ਤੇ ਸਾਨੂੰ ਇਹ ਮਿੰਨੀ PGI ਟਾਈਪ ਇਦਾਂ ਦੇ ਹਸਪੀਟਲ ਡਿਵੈਲਪ ਹੋ ਜਾਣ ਤਾਂ ਅਸੀਂ ਇਹ ਕਰ ਸਕਦੇ ਹਾਂ। ਰੋਜ਼ਗਾਰ ਦੇ ਮਾਮਲੇ 'ਚ ਗਵਰਨਮੈਂਟ ਔਰ ਨਾਨ ਗਵਰਨਮੈਂਟ, ਗਵਰਨਮੈਂਟ ਜਿਹੜਾ ਆ 1 ਲੱਖ ਸਰਕਾਰੀ ਨੌਕਰੀ 20,000 ਹਰ ਸਾਲ ਰਿਟਾਇਰ ਹੁੰਦਾ ਆ। 3 ਲੱਖ ਮੁਲਾਜ਼ਮ ਹੈ ਸਰਕਾਰ ਦਾ, ਅਸੀਂ ਹਰ ਸਾਲ ਭਰਾਂਗੇ ਉਹਨੂੰ, ਔਰ 1 ਲੱਖ ਸਰਕਾਰੀ ਨੌਕਰੀ। ਪ੍ਰਾਈਵੇਟ ਰੋਜ਼ਗਾਰ 10 ਲੱਖ। ਦੇਖੋ ਪੰਜਾਬ ਦੇ ਵਿੱਚ ਟਾਟਾ ਅੰਬਾਨੀ ਕਿਉਂ ਨਹੀਂ ਜੰਮੇ, ਬਿਰਲੇ ਪੰਜਾਬ 'ਚ ਕਿਉਂ ਨਹੀਂ ਜੰਮੇ, ਅਡਾਨੀ ਪੰਜਾਬ 'ਚ ਕਿਉਂ ਨਹੀਂ ਜੰਮੇ? ਇੱਥੋਂ ਦਾ ਮਾਹੌਲ ਹੀ ਨਹੀਂ ਬਣਨ ਦਿੱਤਾ ਇਹਨਾਂ ਨੇ। ਜਦੋਂ ਪੰਜਾਬ ਦੇ ਧੀਆਂ ਪੁੱਤ ਅਰਬ ਦੇਸ਼ਾਂ ਦੇ ਰੇਤਿਆਂ 'ਚ ਬੁਰਜ ਖਲੀਫੇ ਖੜੇ ਕਰ ਸਕਦੇ ਆ, ਜਦੋਂ ਪੰਜਾਬ ਦੇ ਧੀਆਂ ਪੁੱਤ ਕੈਨੇਡਾ ਅਮਰੀਕਾ ਇੰਗਲੈਂਡ ਦੇ ਜੰਗਲਾਂ ਨੂੰ ਬਰਫ਼ਾਂ ਨੂੰ ਸਾਫ਼ ਕਰਕੇ ਵੱਡੇ ਫਾਰਮ ਬਣਾ ਸਕਦੇ ਆ, ਇਹ ਪੰਜਾਬ ਦੇ ਧੀਆਂ ਪੁੱਤ ਇੱਥੇ ਕੀ ਨਹੀਂ ਕਰ ਸਕਦੇ? ਐਟਮੋਸਫੀਅਰ ਨਹੀਂ ਮਿਲਿਆ। ਬਿਲਕੁਲ ਬਿਲਕੁਲ। ਪਹਿਲਾਂ 47 ਦਾ ਐਟਮੋਸਫੀਅਰ ਨਹੀਂ ਮਿਲਿਆ, ਫਿਰ ਪੰਜਾਬੀ ਸੂਬਾ ਮੋਰਚਾ ਲੱਗ ਗਿਆ, ਫਿਰ ਨਹੀਂ ਮਿਲਿਆ, ਫਿਰ ਐਮਰਜੈਂਸੀ ਲੱਗ ਗਈ, ਫਿਰ ਉੱਜੜ ਗਿਆ, ਕਿਉਂਕਿ ਸਭ ਤੋਂ ਵੱਧ ਐਮਰਜੈਂਸੀ ਵੀ ਇੱਥੇ ਚੱਲੀ। ਵੰਡ ਹੋਈ ਉਹ ਵੀ ਇੱਥੇ ਘੱਲੂ ਘਾਰਾ ਹੋਇਆ, ਪੰਜਾਬੀ ਸੂਬਾ ਲੱਗਿਆ ਉਦੋਂ ਵੀ ਘੱਲੂ ਘਾਰਾ ਇੱਥੇ ਹੋਇਆ, ਫਿਰ 84 ਦਾ ਘੱਲੂ ਘਾਰਾ ਹੋ ਗਿਆ, 10 ਸਾਲ ਉਹ ਚੱਲਦਾ ਰਿਹਾ। ਆ ਹੁਣ ਸਾਹ ਸੂਹ ਜੇ ਆਇਆ ਸੀਗਾ, ਆ ਹੁਣ ਕਿਸਾਨ ਅੰਦੋਲਨ ਨੇ ਭਾਰਤੀ ਜਨਤਾ ਪਾਰਟੀ ਨੇ ਲਿਆ ਕੇ ਫਿਰ ਘੱਲੂ ਘਾਰਾ ਹੋ ਗਿਆ, ਇੰਡਸਟਰੀ ਭੱਜ ਗਈ, ਮਾਹੌਲ ਭੱਜ ਗਿਆ। ਅਸੀਂ 10 ਲੱਖ ਪ੍ਰਾਈਵੇਟ ਰੋਜ਼ਗਾਰ ਜਿਹੜੇ ਧੀਆਂ ਪੁੱਤ ਪੰਜਾਬ ਦੇ ਕਰਨਾ ਚਾਹੁੰਦੇ ਆ, ਉਹਨਾਂ ਨੂੰ ਬਕਾਇਦਾ ਉਹਨਾਂ ਰਸਤਿਆਂ ਤੇ ਪਾਵਾਂਗੇ ਕਿ ਪੰਜਾਬ ਦੀ ਮਿੱਟੀ ਚੋਂ ਵੀ ਟਾਟੇ ਬਿਰਲੇ ਅੰਬਾਨੀ ਅਡਾਨੀ ਵਰਗੇ ਲੋਕ ਨਿਕਲ ਸਕਣ। ਜੀ। ਤੇ ਗੜੀ ਸਾਹਿਬ, ਜਿਹੜੇ ਵਾਅਦੇ ਨੇ ਜਾਂ ਕਹਿ ਦਈਏ ਕਿ ਮੈਨੀਫੈਸਟੋ ਦੇ ਵਿੱਚ ਜੋ ਵੀ ਸਾਰੀਆਂ ਪਾਰਟੀਆਂ ਨੇ ਉਹ ਤਕਰੀਬਨ ਇੱਕੋ ਜਿਹਾ। ਮੰਨ ਲਓ ਜੇ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਮੈਂ 300 ਯੂਨਿਟ ਬਿਜਲੀ ਮੁਫਤ ਦੇਣੀ ਹੈ, ਤਾਂ ਤੁਹਾਡੀ ਪਾਰਟੀ ਕਹਿੰਦੀ 800 ਯੂਨਿਟ ਬਿਜਲੀ ਮੁਫਤ ਦੇਣੀ ਹੈ। ਉਹ ਕਹਿੰਦੇ 1000 ਰੁਪਇਆ ਮਹੀਨਾ ਦੇਵਾਂਗੇ, ਤੁਸੀਂ ਕਹਿੰਦੇ 2000 ਰੁਪਇਆ ਮਹੀਨਾ ਦੇਵਾਂਗੇ। ਸਾਰੇ ਇਹ ਐਂ ਲੱਗਦਾ ਜਿਵੇਂ ਇੱਕ ਨਾ ਕੰਪੀਟੀਸ਼ਨ ਜਿਹਾ ਚੱਲ ਰਿਹਾ ਹੈਗਾ ਤੇ ਲੋਕਾਂ ਦਾ ਭਰੋਸਾ ਨਹੀਂ ਬੈਠ ਰਿਹਾ ਵੀ ਸਾਨੂੰ ਇਹ ਮਿਲੂਗਾ ਕਿ ਨਹੀਂ। ਕਿਉਂਕਿ ਪਿਛਲੀ ਵਾਰੀ ਕੈਪਟਨ ਸਾਹਿਬ ਨੇ ਵੀ ਇਹੀ ਕੀਤਾ, ਰੁਜ਼ਗਾਰ ਦੇ ਨਾਮ ਤੇ ਵੀ ਘਰ ਘਰ ਰੁਜ਼ਗਾਰ ਦੇਵਾਂਗੇ, ਕੁਝ ਪੂਰਾ ਨਹੀਂ ਹੋਇਆ ਹੈਗਾ। ਉਹ ਦਾਅਵੇ ਕਰਦੇ ਨੇ 93% ਅਸੀਂ ਪੂਰੇ ਕੀਤੇ ਨੇ, ਪਰ ਗਰਾਊਂਡ ਤੇ ਜਾ ਕੇ ਅਸੀਂ ਵੀ ਜੋ ਦੇਖਦੇ ਆ ਕੁਝ ਵੀ ਨਹੀਂ ਹੋਇਆ ਹੈਗਾ। ਦੇਖੋ ਸ਼ਾਨ ਜੀ, 300 ਯੂਨਿਟ ਕੇਜਰੀਵਾਲ ਸਾਹਿਬ ਨੇ ਕਿਹਾ, ਉਹ ਦਿੱਲੀ 'ਚ ਕਿਉਂ ਨਹੀਂ ਦਿੱਤੀ? ਦਿੱਲੀ 'ਚ ਕਿਉਂ ਨਹੀਂ ਦਿੱਤੀ ਇਹਨਾਂ ਨੇ? ਅਸੀਂ ਇੱਥੇ ਕਿਹਾ ਵੀ 800 ਯੂਨਿਟ। ਦਿੱਲੀ 'ਚ ਉਹਨਾਂ ਨੇ ਜਿੰਨੀ ਕਹੀ ਉਹ ਕਹਿੰਦੇ ਅਸੀਂ ਦੇਤੀ, ਜਿੰਨੀ ਕਹੀ ਦੇਤੀ। 200 ਯੂਨਿਟ ਦਿੰਦੇ ਆ, ਜੇ ਕਿਸੇ ਦੀ 201 ਆ ਜਾਵੇ ਤਾਂ ਪੂਰਾ ਬਿੱਲ ਲੱਗਦਾ। ਬਿਲਕੁਲ ਪੂਰਾ। ਅਸੀਂ ਇੱਥੇ ਕਿਹਾ 800 ਯੂਨਿਟ ਦੇਵਾਂਗੇ, ਔਰ ਜਿਹੜਾ 2000 1000 ਉਹਨਾਂ ਨੇ 1000 ਦਿੱਲੀ 'ਚ ਕਿਉਂ ਨਹੀਂ ਦਿੱਤਾ ਸਾਰੀਆਂ ਲੇਡੀਜ਼ ਨੂੰ? ਔਰ ਅਸੀਂ ਤਾਂ ਇਹ ਆਰਗੂਮੈਂਟ ਕੀਤਾ ਸੀਗਾ ਕਿ ਕੇਜਰੀਵਾਲ ਸਾਹਿਬ ਫਿਰ ਮੈਡਮ ਪ੍ਰਨੀਤ ਕੌਰ ਨੂੰ ਵੀ 1000 ਚਾਹੀਦਾ, ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ 1000 ਚਾਹੀਦਾ, ਇੱਥੋਂ ਕੇਂਦਰੀ ਮੰਤਰੀ ਭਾਜਪਾ ਦੇ ਇਹਨਾਂ ਦੀ ਨੀਤਾ ਸੋਮ ਪ੍ਰਕਾਸ਼ ਨੂੰ ਵੀ ਫਿਰ ਤਾਂ 1000 ਚਾਹੀਦਾ ਤੁਹਾਡੀ ਪਾਲਿਸੀ 'ਚ। ਉਸ ਪਾਲਿਸੀ ਅਸੀਂ ਜਿਹੜਾ 2000 ਐਲਾਨ ਕੀਤਾ, ਨੀਲੇ ਕਾਰਡ ਦੀ ਜਿਹੜੀ ਔਰਤ ਮੁਖੀ ਆ, ਕਮਜ਼ੋਰ ਵਰਗਾਂ ਦੀ ਜਿਹੜੀ ਔਰਤ ਮੁਖੀ ਆ, ਉਹ ਵੀ ਮਾਤਾ ਖੀਵੀ ਜੀ ਲੰਗਰ ਯੋਜਨਾ, ਉਹਦੇ ਤਹਿਤ ਅਸੀਂ ਐਲਾਨ ਕੀਤਾ। ਔਰ ਜਿਹੜੀ ਆਮ ਆਦਮੀ ਪਾਰਟੀ ਦਾ ਗੱਲ ਕਰਦੇ ਆ ਆਪਾਂ, ਛੰਨ ਜੀ 3 ਐਫੀਡੈਵਿਟ ਪਿਛਲੇ 3 ਸਾਲਾਂ 'ਚ ਗਏ ਆ ਕਿ ਪੰਜਾਬ ਦੇ ਥਰਮਲ ਬੰਦ ਕਰਾਓ ਜੀ, ਦਿੱਲੀ 'ਚ ਧੂੰਆਂ ਆਉਂਦਾ, ਪੰਜਾਬ ਦੀ ਪਰਾਲੀ ਫੂਕਣੀ ਬੰਦ ਕਰੋ ਜੀ, ਧੂੰਆਂ ਆਉਂਦਾ ਜੀ, ਪੰਜਾਬ ਦੇ ਪਾਣੀਆਂ ਦੇ ਵਿੱਚ ਦਿੱਲੀ ਨੂੰ ਹਿੱਸਾ ਮਿਲੇ। ਇਹ ਤਿੰਨੋਂ ਹੀ ਐਫੀਡੈਵਿਟ ਸਰਕਾਰੀ ਹਲਫਨਾਮੇ ਸੁਪਰੀਮ ਕੋਰਟ 'ਚ ਦਿੱਲੀ ਸਰਕਾਰ ਨੇ ਲਾਏ ਆ। ਕਿਆ ਪੰਜਾਬ, ਕਿਆ ਹਰਿਆਣੇ 'ਚ ਨਹੀਂ ਉਹ ਧੂੰਆਂ ਆਉਂਦਾ ਜੀ? ਹਰਿਆਣੇ ਕਿਆ ਥਰਮਲ ਬੰਦ ਕਰਾ ਕੇ ਕਿਆ ਪੰਜਾਬ ਦਾ ਸ਼ਟਡਾਊਨ ਕਰਨਾ, ਬਲੈਕ ਆਊਟ ਕਰਨਾ ਪੰਜਾਬ ਨੂੰ? ਕਿਆ ਚਾਹੁੰਦਾ ਕੇਜਰੀਵਾਲ ਸਾਹਿਬ, ਕਿਆ ਚਾਹੁੰਦੇ ਆ? ਤੁਸੀਂ ਕਿਹੜੀ ਪਾਰਟੀ ਨਾਲ ਆਪਣਾ ਜਿਹੜਾ ਕੰਪੀਟੀਸ਼ਨ ਮੰਨਦੇ ਹੋ, ਕਾਂਗਰਸ ਨਾਲ ਜ਼ਿਆਦਾ ਕਿ ਆਮ ਆਦਮੀ ਪਾਰਟੀ ਨਾਲ? ਦੇਖੋ ਆਮ ਆਦਮੀ ਪਾਰਟੀ ਜਿੱਦਾਂ ਅਬਦਾਲੀ ਆਉਂਦਾ ਹੁੰਦਾ ਸੀਗਾ, 17 ਹਮਲੇ, 14 ਦਾ ਹਮਲਾ ਪੰਜਾਬ ਤੇ ਥੋੜਾ ਜਿਹਾ ਜਿੱਤ ਲਿਆ, 17 ਦਾ ਹਮਲਾ ਜਿੱਤ ਲਿਆ, 19 'ਚ ਫਿਰ ਪੰਜਾਬੀਆਂ ਨੇ ਸੁਪੜਾ ਸਾਫ਼ ਕਰਤਾ। 19 ਦੇ ਵਿੱਚ ਇਹਨਾਂ ਨੂੰ 14 ਦੇ ਵਿੱਚ ਵੋਟ ਪਈ 22-24%, ਘਟ ਕੇ 17 ਦੇ ਵਿੱਚ ਰਹਿ ਗਈ 23%, 19 ਚ ਘਟ ਕੇ ਰਹਿ ਗਈ 7%। ਆ ਹੁਣ ਤਾਂ 7% ਬਚਾਉਣ ਦਾ ਇਹਨਾਂ ਦਾ ਰੌਲਾ ਆ, ਇਹ ਲਿਖ ਲਿਓ ਗੱਲ ਮੇਰੀ, 7% ਮਸੀਂ ਬਚਣੀ ਆ। ਬੁਰਾ ਹਾਲ ਹੋਏ, ਪਰ ਤਾਂ ਦਾਵਾ ਕਰ ਰਹੇ ਨੇ ਕਿ ਅਸੀਂ ਸਰਕਾਰ ਬਣਾਵਾਂਗੇ। ਜੇ ਮੰਨ ਲਓ ਭਗਵੰਤ ਮਾਨ ਨੂੰ ਸੀਐਮ ਕੈਂਡੀਡੇਟ ਅਨਾਉਂਸ ਕਰ ਦਿੱਤਾ ਤਾਂ ਫਿਰ ਤਾਂ ਤੁਹਾਨੂੰ ਲੱਗਦਾ ਪੰਜਾਬ ਦੀ ਹਵਾ ਬਦਲ ਜਾਣੀ ਹੈ? ਨਹੀਂ, ਦੇਖੋ ਦੋਨੋਂ ਝੂਠੇ ਨੇ ਜੀ। ਇੱਕ ਕਹਿੰਦਾ ਮੈਂ ਮਾਂ ਦੀ ਸਹੁੰ ਖਾਨਾ, ਇੱਕ ਕਹਿੰਦਾ ਸੀ ਮੈਂ ਬੱਚਿਆਂ ਦੀ ਸਹੁੰ ਖਾਨਾ। ਜਿਹੜਾ ਬੱਚਿਆਂ ਦੀ ਸਹੁੰ ਖਾਂਦਾ ਸੀ ਕਿ ਮੈਂ ਸਿਕਿਉਰਿਟੀ ਨਹੀਂ ਲਵਾਂਗਾ, ਮੈਂ ਆਮ ਆਦਮੀ ਰਹੂੰਗਾ, ਉਹ ਸਾਰਾ ਕੁਝ ਲੈ ਗਿਆ। ਜਿਹੜਾ ਕਹਿੰਦਾ ਸੀ ਮੈਂ ਮਾਂ ਦੀ ਸਹੁੰ ਖਾਨਾ, ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਊਂਗਾ, ਉਹ ਵੀ ਲੋਕਾਂ ਨੇ ਕਈ ਜਗ੍ਹਾ ਦਿਖਾਲਤਾ ਸੋਸ਼ਲ ਮੀਡੀਆ ਤੇ। ਮਤਲਬ ਲੋਕ ਕਿੱਦਾਂ ਭਰੋਸਾ ਕਰਨ ਜੀ? ਗਰਾਊਂਡ ਲੈਵਲ ਤੇ ਤੁਸੀਂ ਜਾ ਪਾ ਰਹੇ ਹੋ? ਵਾਈ ਨਾਟ ਜੀ। ਤੇ ਗਰਾਊਂਡ ਲੈਵਲ ਤੇ ਜਿਹੜਾ ਹੁਣ ਚੋਣ ਕਮਿਸ਼ਨ ਨੇ ਵੈਸੇ ਤਾਂ 15 ਤੱਕ ਲਾਈ ਸੀਗੀ ਰੋਕ, ਉਸ ਤੋਂ ਬਾਅਦ ਫੈਸਲਾ ਆਉਣਾ ਹੈ ਕਿ ਕੀ ਹੋਣਾ ਹੈ। ਤੇ ਤੁਹਾਨੂੰ ਵੀ ਮੁਸ਼ਕਿਲ ਆ ਰਹੀ ਹੈ? ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕਿਹਾ? ਬਿਲਕੁਲ ਸਾਨੂੰ ਮੁਸ਼ਕਿਲ ਆ ਰਹੀ ਹੈ ਇਸ ਮਾਮਲੇ 'ਚ। ਦੇਖੋ ਅਸੀਂ ਪਿੰਡਾਂ 'ਚ ਬੜੀਆਂ ਮੀਟਿੰਗਾਂ ਕਰ ਰਹੇ ਸੀਗੇ, ਡੇਲੀ 10-15 ਔਸਤ ਮੇਰੀਆਂ ਮੀਟਿੰਗਾਂ ਹੋ ਰਹੀਆਂ ਸੀਗੀਆਂ, ਉਹ ਬੰਦ ਹੋ ਗਈਆਂ ਜੀ।
ਔਰ ਵੱਡਾ ਵੱਡਾ ਚੋਰ ਪ੍ਰਚਾਰ ਦਾ ਮਟੀਰੀਅਲ ਸੀਗਾ ਉਹ ਲੱਗਿਆ ਸੀਗਾ, ਚਲੋ ਕੋਡ ਆਫ ਕੰਡਕਟ ਨਾਲ ਉਹ ਵੀ ਉਹਨਾਂ ਨੇ ਜ਼ੀਰੋ ਕਰਤਾ। ਤੇ ਵਰਚੁਅਲੀ ਸਕਸੈਸਫੁਲ ਨਹੀਂ ਹੋ ਪਾ ਰਹੇ। ਵਰਚੁਅਲੀ ਦੇਖੋ ਅਸੀਂ ਜਿਹੜੇ ਗਰੀਬ ਵਰਗਾਂ ਦੇ ਲੋਕ ਹੈ, ਦਲਿਤਾਂ ਕੋਲ ਤਾਂ ਮੋਬਾਈਲ 33 ਦਸੇ ਚੱਲਣ ਡਿਆ ਹਲੇ ਨੋਕੀਆ ਦਾ, ਇੱਥੇ ਤਾਂ ਮੋਬਾਈਲ ਹੀ ਇਹਨਾਂ ਨੂੰ ਨੈਟ ਪੈਕ ਕਿੱਥੋਂ ਪਵਾ ਕੇ ਦੇਣਾ। ਮਤਲਬ ਸਿੱਧੇ ਦਾ ਸਿੱਧਾ ਹੀ ਜਿਹੜਾ ਇਹ ਚੋਣ ਕਮਿਸ਼ਨ ਦਾ ਜਿਹੜਾ ਹਮਲਾ ਆ ਇਹ ਦਲਿਤ ਪਛੜੇ ਵਰਗਾਂ ਨੂੰ ਖਤਮ ਕਰਨ ਦਾ ਮਾਮਲਾ ਆ, ਦਲਿਤ ਵਰਗਾਂ ਨੂੰ ਦੇਸ਼ ਦੀ ਰਾਜਨੀਤੀ ਚੋਂ ਬਾਹਰ ਕਰਨ ਦਾ ਮਾਮਲਾ ਆ। ਚੋਣ ਕਮਿਸ਼ਨ ਅੱਗੇ ਅਸੀਂ ਤਾਂ ਅਪੀਲ ਕਰਦੇ ਹਾਂ, ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਹੀ 25% 35% ਪਾਪੂਲੇਸ਼ਨ ਦਲਿਤ ਭਾਈਚਾਰੇ ਦੀ ਆ, ਗਰੀਬ ਵਰਗਾਂ ਦੀ ਤਾਂ 50% ਤੋਂ ਜ਼ਿਆਦਾ ਆ, ਸਾਰੇ ਵਰਗਾਂ ਦੇ। ਤਾਂ ਗਰੀਬਾਂ ਨੂੰ ਰਾਜਨੀਤੀ ਚੋਂ ਬਾਹਰ ਕਰਨ ਦੇ ਲਈ ਜਿਹੜਾ ਇਹਨਾਂ ਨੇ ਆ ਨਵਾਂ ਤਰੀਕਾ ਲਿਆਂਦਾ ਕਿ ਸੋਸ਼ਲ ਮੀਡੀਆ ਵਰਤੋ ਜੀ, ਮੈਸੇਜ ਲਾਓ ਜੀ। ਸਾਡੇ ਵਾਲਾ ਵਿਚਾਰਾ ਦਿਹਾੜੀ ਕਰੂਗਾ ਕਿ ਉੱਥੇ ਮੈਸੇਜ ਖੋਲ ਕੇ ਦੇਖੂਗਾ, ਕਿਆ ਕਰੂਗਾ ਉਹ ਵਿਚਾਰਾ? ਉਹ WhatsApp Facebook ਤੇ ਇਹਨਾਂ ਦੇ ਭਾਸ਼ਣ ਸੁਣੇ, ਉਹ ਦਿਹਾੜੀਆਂ ਕਰਕੇ ਰੋਟੀ ਢਿੱਡ ਭਰੇ ਆਪਣਾ। ਇਹ ਬੜਾ ਗਲਤ ਮਾਮਲਾ ਹੈ ਜੀ, ਮੇਰੀ ਸਰਕਾਰ ਅੱਗੇ ਅਪੀਲ ਹੈ ਇਹਨੂੰ ਠੀਕ ਕੀਤਾ ਜਾਵੇ। ਜੀ ਜਸਵੀਰ ਸਿੰਘ ਜੀ, ਇੱਕ ਹੋਰ ਸਵਾਲ ਮੈਨੀਫੈਸਟੋ ਨੂੰ ਲੈ ਕੇ ਮੈਂ ਜ਼ਰੂਰ ਪੁੱਛਾਂਗੀ ਕਿ ਮੈਨੀਫੈਸਟੋ ਦੇ ਵਿੱਚ ਸਾਰੀਆਂ, ਮੈਂ ਉਹੀ ਕਿਹਾ ਸੀ ਕਿ ਇੱਕੋ ਜਿਹੀਆਂ ਗੱਲਾਂ ਨੇ ਸਾਰੀਆਂ, ਕੋਈ ਵੱਖਰੀ ਗੱਲ ਹੈਗੀ ਹੈ? ਦਰਸ਼ਕ ਜ਼ਰੂਰ ਜਾਣਨਾ ਚਾਹੁੰਦੇ ਨੇ ਜਿਹੜੀ ਬਾਕੀ ਸਾਰੀਆਂ ਪਾਰਟੀਆਂ ਨੇ ਅੱਜ ਤੱਕ ਨਹੀਂ ਕਦੇ ਲੈ ਕੇ ਆਂਦੀ, ਤੇ ਤੁਹਾਡੇ ਕੋਲ ਉਹ ਗੱਲ ਹੈ ਜਿੱਤੇ ਲੋਕ ਵਿਸ਼ਵਾਸ ਕਰ ਸਕਣ। ਹੁਣ ਸਾਰਿਆਂ ਨੂੰ ਲੱਗਦਾ ਹੈ ਕਿ ਸਾਰੇ ਇੱਕੋ ਜਿਹੀਆਂ ਅਨਾਉਂਸਮੈਂਟਸ ਕਰ ਰਹੇ ਨੇ। ਦੇਖੋ, ਅਕਾਲੀ ਦਲ ਪੰਜਾਬ ਦੀ ਪੰਜਾਬੀ ਪਾਰਟੀ ਆ, ਬਹੁਜਨ ਸਮਾਜ ਪਾਰਟੀ ਪੰਜਾਬ ਦੀ ਪੰਜਾਬੀ ਪਾਰਟੀ ਆ, ਜਿਹਨੂੰ ਅੱਜ ਭੈਣ ਕੁਮਾਰੀ ਮਾਇਆਵਤੀ ਜੀ ਚਲਾ ਰਹੇ ਆ ਜੀ। ਅਕਾਲੀ ਦਲ ਨੇ 25 ਸਾਲ ਪਹਿਲਾਂ ਕਿਹਾ ਸੀ ਮੋਟਰਾਂ ਦੇ ਬਿੱਲ ਮਾਫ, ਕੋਈ ਮੋਟਰ 10 ਦੀ ਆ, ਕੋਈ 15 ਦੀ ਆ, ਕੋਈ 20 ਦੀ ਆ, ਮਾਫ ਹੋ ਗਏ। ਅੱਜ ਅਸੀਂ ਕਹਿਤਾ 800 ਯੂਨਿਟ ਮਾਫ ਕਰਾਂਗੇ ਹਰ ਘਰ ਦੇ, ਤੇ ਘਰਾਂ ਦੇ ਜਿਹੜੇ ਮੀਟਰ ਵਾ ਕਿਸੇ ਦੇ ਘਰ 1 ਦਾ ਜਾਂ ਕਿਸੇ ਦੇ 1.5 ਦਾ, ਕਿਸੇ ਦੇ 2 ਦਾ। ਪਰ ਇੰਨੀ ਬਿਜਲੀ ਲਿਆਓਗੇ ਕਿੱਥੋਂ, ਵੀ ਸਵਾਲ ਉੱਠਦਾ। ਪੰਜਾਬ ਦੇਸ਼, ਭਾਰਤ ਦੇਸ਼ ਬਿਜਲੀ ਦੀ ਤਾਂ ਹੱਬ ਬਣ ਸਕਦਾ ਜੀ। ਆ ਜਿੰਨੀਆਂ ਛੱਤਾਂ ਖਾਲੀ ਪਈਆਂ ਇਹਨਾਂ ਨੂੰ ਸੋਲਰ ਹੀ ਲਿਆ ਕੇ ਪਲੇਟਾਂ ਦੇਣੀਆਂ ਜੀ। ਹਰ ਚੀਜ਼ ਦਾ ਹੱਲ ਹੈ ਪੰਜਾਬ। ਪਰ ਜਿਹੜੇ ਬਿਜਲੀ 10 ਮਹੀਨੇ ਬਿਜਲੀ ਉਹ ਵਿਵਾਦਿਤ ਨੇ, ਬਿਜਲੀ ਸਮਝੌਤੇ। ਦੇਖੋ, ਮੈਂ ਇੰਨਾ ਗੁਣੀ ਗਿਆਨੀ ਤਾਂ ਹੈ ਨਹੀਂ ਜੀ, ਮੈਂ ਪੜ੍ਹੇ ਆ ਨਾ ਉੱਥੇ ਤੱਕ ਸਾਡੇ ਤੱਕ ਪੁੱਜੇ ਆ ਕਦੇ, ਨਾ ਉਹ ਐਗਰੀਮੈਂਟ PDF ਫਾਈਲਾਂ ਦੇ ਰੂਪ ਚ ਆਏ ਆ ਬਾਹਰ ਕਦੀ। ਤਾਂ ਜੇ ਸਰਕਾਰ ਸੱਚੀ ਆ ਜੋ ਰੌਲਾ ਪਾਉਂਦੇ ਆ ਤਾਂ ਉਹ PDF ਫਾਈਲਾਂ ਦੇ ਰੂਪ ਚ ਬਾਹਰ ਕੱਢਣ। ਨੰਬਰ 2, ਜੇ ਉਹ ਗਲਤ ਹੁੰਦੇ ਤਾਂ ਇਹਨਾਂ ਨੇ ਰੱਦ ਕਿਉਂ ਨਹੀਂ ਕੀਤੇ? ਤਾਂ ਇਸ ਕਰਕੇ ਜਿਹੜੀ ਤੁਸੀਂ ਸਮਝੌਤੇ ਬਈ ਜੋ ਐਲਾਨ ਹੈ ਵੀ ਸਰਕਾਰ ਕਿੱਦਾਂ ਮੰਨੇ, ਲੋਕ ਕਿੱਦਾਂ ਮੰਨਣ, ਇਹਨਾਂ ਨੇ ਕਿਹਾ ਸੀਗਾ ਅਕਾਲੀਆਂ ਨੇ ਪਿਛਲੀ ਵਾਰੀ ਕਿ 2 ਲੱਖ ਰੁਪਏ ਤੱਕ ਦਾ ਭਾਈ ਕਨਈਆ ਜੀ ਸਕੀਮ ਦੇ ਤਹਿਤ ਸਿਹਤ ਬੀਮਾ ਕਰਕੇ ਦੇਾਂਗੇ। ਲੱਖਾਂ ਲੋਕਾਂ ਨੇ ਫ੍ਰੀ ਇਲਾਜ ਕਰਾਇਆ। ਅੱਜ ਅਸੀਂ ਉਹਦਾ 10 ਲੱਖ ਕਰਤਾ। ਇਹਨਾਂ ਨੇ ਜਿੰਨੀਆਂ ਸਕੀਮਾਂ ਅੱਜ ਤੱਕ ਬੋਲੀਆਂ ਅਕਾਲੀਆਂ ਨੇ ਉਹ ਲਿਆਂਦੀਆਂ ਹੀ ਆ। ਆਟਾ 2 ਰੁਪਏ, ਕਣਕ 2 ਰੁਪਏ, 4 ਰੁਪਏ ਦਾਲ ਮਿਲ ਹੀ ਰਹੀ ਆ। ਅਸੀਂ ਉਹਦੇ ਨਾਲ 2000 ਰੁਪਏ ਐਡ ਕਰਤਾ। ਜਦੋਂ ਅਸੀਂ ਮੋਟਰਾਂ ਦੇ ਬਿੱਲ ਮਾਫ ਕੀਤੇ, ਸਾਡੀ ਸਰਕਾਰ ਘਰਾਂ ਦੇ ਵੀ ਕਰੇਗੀ। ਜਦੋਂ ਇਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ 2 ਰੁਪਏ ਆਟਾ ਤੇ 4 ਰੁਪਏ ਕਿਲੋ ਦਾਲ ਦਿੱਤੀ ਤਾਂ 2-2000 ਰੁਪਇਆ ਖਾਤੇ 'ਚ ਵੀ ਪਾਵਾਂਗੇ ਕਮਜ਼ੋਰ ਵਰਗਾਂ ਦੇ। ਸਵਾਲ ਇੱਥੇ ਵੀ ਉੱਠਦਾ ਕਿ ਪੰਜਾਬ ਨੂੰ ਇੰਡੀਪੈਂਡੈਂਟ, ਹਰ ਪਰਿਵਾਰ ਨੂੰ ਇੰਡੀਪੈਂਡੈਂਟ ਬਣਾਉਣ ਵੱਲ ਕੋਈ ਕੋਸ਼ਿਸ਼ ਕਿਉਂ ਨਹੀਂ ਕਰਦਾ? ਲੋਕ ਹੁਣ ਅੱਕ ਗਏ ਕਿ ਫ੍ਰੀ ਆਟਾ ਦਾਲ ਤੇ ਸਾਨੂੰ ਚਾਟ ਦੇ ਉੱਤੇ ਲਾਤਾ, ਸਾਨੂੰ ਆ ਕੇ ਲੋਲੀਪੌਪ ਫੜਾ ਜਾਂਦੇ ਨੇ। ਇਹ ਹਾਲਤ ਬਣਾ ਦਿੱਤੀ। ਬਹੁਤ ਸੋਹਣਾ ਸਵਾਲ ਹੈ, ਬਿਲਕੁਲ ਸਹੀ ਹੈ। ਅਸੀਂ ਪੰਜਾਬ ਨੂੰ ਮੰਗਤਾ ਨਹੀਂ ਬਣਾਉਣਾ ਚਾਹੁੰਦੇ, ਪਰ ਇਸ ਗੱਲ ਦੀ ਆੜ ਪਿੱਛੇ ਕਮਜ਼ੋਰ ਵਰਗਾਂ ਨੂੰ ਮਰਨ ਵੀ ਦੇਣਾ ਨਹੀਂ ਚਾਹੁੰਦੇ। ਅਸੀਂ ਇਸ ਗੱਲ ਦਾ ਇੰਤਜ਼ਾਰ ਕਰੀਏ ਕਦੋਂ ਇਹਦੇ ਘਰ ਦਾ ਰੋਜ਼ਗਾਰ ਫਿੱਟ ਹੋਊਗਾ, ਉਦੋਂ ਤੱਕ ਉਹ ਭੁੱਖਾ ਮਰੇਗਾ, ਉਦੋਂ ਤੱਕ ਉਹਦੀ ਸੋਸ਼ਲ ਸਿਕਿਉਰਿਟੀ ਕੌਣ ਕਰੇਗਾ? ਸਰਕਾਰ ਦਾ ਕੰਮ ਲੋਕਾਂ ਨੂੰ ਰੋਜ਼ਗਾਰ ਦੇਣਾ ਆ। ਪੰਜਾਬ ਇੱਕ ਇਹੋ ਜਿਹੀ ਭੂਮੀ ਆ ਜਿਹੜੀ ਇੱਕ ਵੱਡੇ ਬਿਜ਼ਨਸ, ਵੱਡੀ ਇੰਡਸਟਰੀ ਤੌਰ ਤੇ ਡਿਵੈਲਪ ਹੋ ਸਕਦੀ। ਦੇਖੋ, ਦੇਸ਼ ਦੇ ਕੋਲ 130 ਕਰੋੜ ਢਿੱਡ ਹੈ, ਸਭ ਤੋਂ ਬੜੀ ਮੰਡੀ ਆ। ਪੈਪਸੀ, ਕੋਲਾ, ਪਤਾ ਨਹੀਂ ਕਿਹੜਾ ਖਾਣੇ ਵਾਲੇ ਅੰਕਲ ਚਿਪ ਸਭ ਇੱਥੇ ਨੂੰ ਭੱਜੇ ਆਉਂਦੇ ਇੰਡੀਆ ਨੂੰ। ਇੰਡੀਆ ਮੰਡੀ ਆ। ਅਸੀਂ ਪੰਜਾਬ ਨੂੰ ਇੱਕ ਪ੍ਰੋਡਕਸ਼ਨ ਮੰਨੀਏ ਵੀ ਇੱਥੇ ਪ੍ਰੋਡਕਸ਼ਨ ਯੂਨਿਟ ਲਾਉਣੀ, ਫੂਡ ਪ੍ਰੋਸੈਸਿੰਗ ਲਾਉਣਾ। ਦੇਖੋ, ਸਾਡੀ ਜਿਹੜਾ ਫੂਡ ਪ੍ਰੋਸੈਸਿੰਗ ਦੇ ਤੌਰ ਤੇ ਗੰਨਾ ਇੱਥੇ ਗੁੜ ਬਣਾ ਕੇ ਵਧੀਆ ਤਰੀਕੇ ਨਾਲ ਪ੍ਰੋਸੈਸ ਕਰਕੇ ਸਟੋਰਾਂ ਤੱਕ ਹੀ ਭੇਜਣਾ। ਨਹੀਂ ਬਾਹਰ ਨਿਕਲਦਾ ਪੰਜਾਬ ਚੋਂ, ਦੇਸ਼ ਚੋਂ ਬਾਹਰ ਨਹੀਂ ਨਿਕਲਦਾ, ਪਰ ਦੇਸ਼ ਤਾਂ ਵਿਕ ਸਕਦਾ। ਅੱਛਾ, ਮੱਕੀ ਇੱਥੇ ਬਣਦੀ ਆ। ਪੌਪਕੌਰਨ ਜਿਹੜਾ ਆ 5 ਰੁਪਏ ਦੀ ਕਿਸਾਨ ਦੀ ਛੱਲੀ ਰਿਲਾਇੰਸ ਦੇ ਸ਼ੋਰੂਮ 'ਚ 75 ਰੁਪਏ ਦੀ, 45 ਰੁਪਏ ਦੀ ਹੋ ਜਾਂਦੀ। ਉਹੀ ਪੌਪਕੌਰਨ ਬਣ ਕੇ ਆ ਜਿਹੜੇ ਵੱਡੇ ਵੱਡੇ ਮਾਲ ਬਣੇ ਆ 250 ਰੁਪਏ ਦਾ ਡੱਬਾ ਦਿੰਦੇ ਆ। 250 ਰੁਪਏ ਦਾ ਡੱਬਾ। ਤੇ ਪੰਜਾਬ ਦੇ ਉਹ ਪੌਪਕੌਰਨ ਬਣਾ ਕੇ 130 ਕਰੋੜ ਢਿੱਡਾਂ ਤੱਕ ਕਿਉਂ ਨਹੀਂ ਪਹੁੰਚਾਏ ਜਾ ਸਕਦੇ? ਪਰ ਤਰਾਸ ਦੀ ਤਾਂ ਕਣਕ ਵਾ। ਅੱਜ ਲੋਕ ਉਹ 3-4 ਤਰ੍ਹਾਂ ਦਾ ਅਨਾਜ ਦੇ ਫੱਕੇ ਮਾਰਦੇ ਗੱਡੀ 'ਚ ਰੱਖ ਕੇ, ਵਿੱਚੇ ਉਹਦੇ ਜੌਂ ਹੁੰਦੇ, ਵਿੱਚੇ ਕਣਕ ਹੁੰਦੀ, ਵਿੱਚੇ ਮੱਕੀ, ਵਿੱਚੇ ਮੂੰਗਫਲੀ। ਬਈ ਅੱਗੇ ਸਾਡੀਆਂ ਬੁੜੀਆਂ ਘਰਾਂ ਦੇ ਵਿੱਚ ਬੱਕਰੀਆਂ ਬਣਾਉਂਦੀਆਂ ਹੁੰਦੀਆਂ ਸੀ, ਕਣਕ ਔਰ ਗੁੜ ਨੂੰ ਮਿਕਸ ਕਰਕੇ ਬੜਾ ਫੂਡ ਬਣ ਜਾਂਦਾ। ਇਹੀ ਜਿਹੜਾ ਘੋਲ ਕੇ ਪੀਂਦੇ ਦੁੱਧ ਦੇ ਵਿੱਚ ਹੌਰਲਿਕਸ, ਇਹੀ ਤਾਂ ਹੁੰਦਾ ਸੀ।
ਆਪਾਂ ਕਿਆ ਨਹੀਂ ਇੱਥੋਂ ਪੈਦਾ ਕਰ ਸਕਦੇ। ਬਿਲਕੁਲ ਪਰ ਤਰਾਸਦੀ ਜਿਹੜਾ 10 ਲੱਖ ਰੋਜ਼ਗਾਰ ਹੈ ਹਰਸ਼ਰਨ ਜੀ ਦਾ 10 ਲੱਖ ਰੋਜ਼ਗਾਰ ਦੀ ਮੈਂ ਗੱਲ ਕੀਤੀ, ਉਹ ਮੇਰੇ ਪਿੱਛੇ ਜਿਹੜਾ ਕਨਸੈਪਟ ਉਹ ਇਹੀ ਆ ਵੀ 10 ਜੇ ਅਸੀਂ 10 ਲੱਖ ਇਹ ਜੂਨਟਾਂ ਖੜੀਆਂ ਕਰਨ ਦਾ ਸੋਚ ਜਾਈਏ ਇਦਾਂ ਦੀਆਂ ਔਰ ਕਰ ਜਾਈਏ ਤਾਂ ਪੰਜਾਬ ਦੇ ਵਿੱਚ ਇੱਕ ਤਾਂ ਇੰਡਸਟਰੀ ਆ ਗਈ, ਇੰਡਸਟਰੀ ਦਾ ਮਤਲਬ ਪ੍ਰੋਡਕਸ਼ਨ ਆ ਗਈ, ਪ੍ਰੋਡਕਸ਼ਨ ਆ ਗਈ ਤਾਂ ਵਿਕਣੀ ਵੀ ਆ, ਵਿਕਣੀ ਆ ਤਾਂ ਸਰਮਾਇਆ ਵੀ ਆਉਣਾ, ਜਦੋਂ ਸਰਮਾਇਆ ਆਉਣਾ ਕਰਜ਼ੇ ਵੀ ਉਤਰਨੇ, ਹਰ ਚੀਜ਼ ਉਤਰਨੀ। ਅੱਜ ਤੁਸੀਂ ਪੰਜਾਬ ਮਾਡਲ ਦੀ ਗੱਲ ਕਰੀ ਜਾਓ, ਬੱਕਰੀ ਮਾਡਲ ਦੀ ਗੱਲ ਕਰੀ ਜਾਓ, ਜਦ ਤੱਕ ਤੁਸੀਂ ਪੰਜਾਬ ਨੂੰ ਪ੍ਰੋਡਕਸ਼ਨ ਯੂਨਿਟ ਦੀ ਤਰ੍ਹਾਂ ਨਹੀਂ ਬਣਾਉਂਦੇ, ਹਰ ਘਰ ਦੇ ਵਿੱਚ ਪ੍ਰੋਡਕਸ਼ਨ ਯੂਨਿਟ ਡਿਵੈਲਪ ਨਹੀਂ ਕਰਦੇ, ਹਰ ਬੰਦਾ ਜਿਹੜਾ ਧੀ ਪੁੱਤ ਇੰਡਸਟਰੀ ਖੜੀ ਕਰ ਸਕਦਾ ਉਹਨੂੰ ਤੁਸੀਂ ਸਹਾਰਾ ਨਹੀਂ ਦਿੰਦੇ, ਤੇ ਉਹ ਗਾਹਾਂ ਰੋਜ਼ਗਾਰ ਦੇਣ ਵਾਲਾ ਨਹੀਂ ਬਣਦਾ। ਜਦੋਂ ਪੰਜਾਬ ਦੇ ਧੀਆਂ ਪੁੱਤ, ਮੈਂ ਫਿਰ ਕਹਿੰਦਾ ਹੁੰਦਾ ਵੀ ਜਦੋਂ ਇਹ ਬਗਾਨੀਆਂ ਕੰਟਰੀਆਂ 'ਚ ਜਾ ਕੇ ਬਗਾਨੀ ਭਾਸ਼ਾ ਦੇ ਵਿੱਚ ਬਗਾਨੇ ਮਾਹੌਲਾਂ 'ਚ ਬਿਜ਼ਨਸ ਖੜੇ ਕਰ ਸਕਦੇ ਆ, ਇਹ ਪੰਜਾਬ 'ਚ ਕਿਉਂ ਨਹੀਂ ਕਰ ਸਕਦੇ? ਅਸੀਂ ਅਸਿਆਨੇ ਮਾਹੌਲ ਦੇਣਾ ਚਾਹੁੰਦੇ ਹਾਂ। ਬਿਲਕੁਲ ਔਰ ਇਹੀ ਤਰਾਸਦੀ ਹੈ ਕਿ ਜਿਹੜੇ ਪੰਜਾਬ ਦੇ ਸਿਆਸਤਦਾਨ ਹੈਗੇ ਨੇ ਉਹਨਾਂ ਦੀ ਬਦੌਲਤ ਹੀ ਪੰਜਾਬ ਦੀ ਜਿਹੜੀ ਧਰਤੀ ਹੈਗੀ ਉਹ ਕਾਰਪੋਰੇਟਾਂ ਦੇ ਚੁੰਗਲ ਦੇ ਵਿੱਚ ਹੈਗੀ ਹੈ। ਜੇ ਵੱਡੇ ਵੱਡੇ ਮਾਲਸ ਇੱਥੇ ਖੜੇ ਹੋਏ ਨੇ ਤਾਂ ਉਹਨਾਂ ਸਮਝੌਤਿਆਂ ਕਰਕੇ ਹੀ ਹੋਏ ਨੇ। ਇੱਕ ਦੋ ਸਵਾਲ ਮੇਰੇ ਰਹਿੰਦੇ ਨੇ ਬਸ ਹੁਣ, ਤੇ ਇੱਕ ਹੋਰ ਸਵਾਲ ਬੜਾ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ, ਕਿਉਂਕਿ ਤੁਹਾਡੀ ਜਿਹੜੀ ਪਾਰਟੀ ਉਹਦਾ ਬੇਸ ਹੀ ਇਹੀ ਹੈ, ਹਿਊਮਨ ਰਾਈਟਸ, ਆਪਣੇ ਹੱਕਾਂ ਦੇ ਲਈ ਲੜਨਾ, ਦੂਸਰਿਆਂ ਦੇ ਹੱਕਾਂ ਦੇ ਲਈ ਪਾਰਟੀ ਕਿੰਨੀ ਕੁ ਆਵਾਜ਼ ਚੁੱਕਦੀ ਹੈ। ਅੱਜ ਜਿਹੜੀ ਗੱਲ ਹੋ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਉੱਠਿਆ ਹੋਇਆ ਔਰ ਇਹ ਬੜਾ ਜੈਨੂਅਨ ਵੀ ਹੈਗਾ। ਜੇ ਦੁਨੀਆ ਦੇ ਵਿੱਚ UNO ਵੀ ਇਹ ਗੱਲ ਸੁਣੇਗੀ ਕਿ ਇੱਕ ਜਿਹੜੇ ਕੈਦੀ ਹੈ ਉਹ 25 ਸਾਲ ਉਹਦੀ ਸਜ਼ਾ ਹੈਗੀ ਹੈ, 25 ਤੋਂ ਉੱਤੇ 10 ਸਾਲ ਉਹਨੇ ਹੋਰ ਭੁਗਤ ਲਈ ਹੈ, ਫਿਰ ਵੀ ਰਿਹਾਈ ਨਹੀਂ ਹੋ ਰਹੀ। ਤੁਹਾਡੀ ਪਾਰਟੀ ਦਾ ਕੀ ਇਸ ਤੇ ਸਟੈਂਡ ਹੈ? ਮੇਰੀ ਪਾਰਟੀ ਦਾ ਇਹ ਪ੍ਰੈਕਟੀਕਲ ਤਜਰਬਾ ਆ। ਜਦੋਂ ਅਸੀਂ ਯੂਪੀ 'ਚ ਸਰਕਾਰ ਬਣਾਈ ਸੀ, ਜਿਨ੍ਹਾਂ ਦਾ ਵੱਧ ਸਮਾਂ ਯੂਪੀ ਸਰਕਾਰ ਦੇ ਅੰਡਰ ਕੈਦ ਵਿੱਚ ਜੇਲ੍ਹ ਵਿੱਚ ਹੋ ਚੁੱਕਾ ਸੀ, ਅਸੀਂ ਉਹ 3 ਵੱਡੇ ਸਾਥੀ, ਵੱਡੇ ਨਾਂ ਬੋਲਦੇ ਸੀ ਉਹਨਾਂ ਦੇ, ਉਹ ਰਿਹਾ ਕੀਤੇ ਸੀ। ਇਹ ਨਾਂ ਮੈਨੂੰ ਨਹੀਂ ਯਾਦ, ਲੇਕਿਨ ਮੈਨੂੰ ਭਾਈ ਜਸਵੀਰ ਸਿੰਘ ਰੋਡੇ ਜੀ, ਜਥੇਦਾਰ ਗੁਰਦੀਪ ਸਿੰਘ ਜੀ ਬਠਿੰਡਾ, ਕਿਸ ਦਿਨ ਮੈਂ ਮੀਟਿੰਗ 'ਚ ਬੈਠਾ ਸੀ ਤੇ ਉਹਨਾਂ ਨੇ ਸੁਣਾਈ ਗੱਲ, ਕਹਿੰਦੇ ਜੀ ਅਸੀਂ ਤਾਂ ਕਾਂਸ਼ੀ ਰਾਮ ਸਾਹਿਬ ਨੂੰ ਉਸ ਵੇਲੇ ਕਿਹਾ ਕਿ ਸਾਹਿਬ ਆ ਬੰਦੇ ਸਜ਼ਾ ਪੂਰੀ ਕਰ ਚੁੱਕੇ ਆ, ਜੇਲ੍ਹਾਂ 'ਚ ਹੈ। ਕਾਂਸ਼ੀ ਰਾਮ ਨੇ ਕਿਹਾ ਸੀ ਵੀ ਹੁਣੇ ਰਿਲੀਜ਼ ਕਰਾਵਾਂਗੇ ਔਰ ਕੀਤੇ ਸੀ। ਔਰ ਜੇ ਅਸੀਂ ਹਕੂਮਤ ਚਾਹੁੰਦੇ ਆ, ਜਿੰਨੇ ਵੀ ਕੈਦੀ ਕਿਸੇ ਵੀ ਦੋਸ਼ ਦੇ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ, ਲੇਕਿਨ ਉਹ ਗੰਗੂਵਾਦੀ ਸੋਚ ਦੇ ਤਹਿਤ ਅੱਜ ਵੀ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਨੂੰ ਪਾਰਟੀ ਰਿਲੀਜ਼ ਕਰੇਗੀ ਜੀ। ਤੇ ਅੱਜ ਦਾ ਜਿਹੜਾ ਮਾਹੌਲ ਹੈ, ਅੱਜ ਤੁਹਾਨੂੰ ਪਤਾ ਹੀ ਹੋਣਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਚੱਲ ਰਿਹਾ ਤੇ ਹੁਣੇ ਗੱਲ ਬਾਹਰ ਨਿਕਲੀ ਹੈ ਕਿ ਦਿੱਲੀ ਸਰਕਾਰ ਨੇ ਉਹ ਫਾਈਲ ਹੈ ਜਿਹੜੀ ਰੱਦ ਕਰ ਦਿੱਤੀ, ਸੈਂਟਰ ਸਰਕਾਰ ਨੇ ਰਿਕਮੈਂਡੇਸ਼ਨ ਭੇਜੀ ਸੀ, ਉਹ ਚਿੱਠੀ ਵੀ ਬਾਹਰ ਆ ਗਈ ਹੈ ਤੇ ਕੋਈ ਪਾਰਟੀ ਦੇ ਕਿਸੇ ਵੱਡੇ ਲੀਡਰ ਦਾ ਬਿਆਨ ਨਹੀਂ ਆ ਰਿਹਾ ਇਸ ਮਸਲੇ ਦੇ ਉੱਤੇ। ਦੇਖੋ ਹਲੇ ਮੇਰੀ ਜਾਣਕਾਰੀ 'ਚ ਹੈ ਨਹੀਂ ਇਹ ਰੱਦ ਹੋ ਗਈ ਹੈ, ਕਿਉਂਕਿ ਮੈਂ ਕੱਲ੍ਹ ਦੀਆਂ ਪੜ੍ਹ ਰਿਹਾ ਸੀ ਖਬਰਾਂ, ਕੁਛ ਉੱਦਾਂ ਦਾ ਵਿਚਾਰ ਅਧੀਨ ਹੈਗਾ ਮਾਮਲਾ, ਤਾਂ ਉਹਨੂੰ ਮੈਂ ਪੜ੍ਹ ਕੇ ਮੈਂ ਜ਼ਰੂਰ ਦੱਸਾਂਗਾ ਜੀ। ਸੋ ਅਖੀਰ ਤੇ ਗੜੀ ਸਾਹਿਬ, ਰੈਪਿਡ ਫਾਇਰ ਹੈਗਾ, ਇੱਕ ਦੋ ਹਾਂ ਦੇ ਵਿੱਚ ਮੈਂ ਤੁਹਾਡੇ ਤੋਂ ਜਵਾਬ ਨੇ ਜਿਹੜੇ ਲਵਾਂਗੀ। ਉਸ ਤੋਂ ਪਹਿਲਾਂ ਥੋੜਾ ਜਿਹਾ ਤੁਸੀਂ ਆਪਣੇ ਬਾਰੇ ਦੱਸ ਦਿਓ ਕਿ ਜਿਹੜਾ ਹੈਗਾ ਪਾਰਟੀ ਤੁਸੀਂ ਜੁਆਇਨ ਕਦੋਂ ਕੀਤੀ ਹੈ, ਬਹੁਜਨ ਸਮਾਜ ਪਾਰਟੀ, ਤੁਸੀਂ ਕਦੋਂ ਪ੍ਰਭਾਵਿਤ ਹੋਏ, ਕਿਹੜੇ ਲੀਡਰ ਤੋਂ ਪ੍ਰਭਾਵਿਤ ਹੋਏ, ਕਦੋਂ ਤੁਸੀਂ ਇੱਥੇ ਆਏ? ਮੈਂ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਲ 2000 ਦੇ ਵਿੱਚ ਮੈਂ ਉਹਨਾਂ ਦੇ ਸੰਪਰਕ 'ਚ ਆਇਆ, 5 ਘੰਟੇ ਦੀ ਕਲਾਸ ਲਈ ਔਰ ਉਦੋਂ ਮੇਰੀ 19-20 ਸਾਲ ਦੀ ਉਮਰ ਸੀ। ਉਦੋਂ ਤੋਂ ਹੀ ਮੈਂ ਪਾਰਟੀ ਸੀਗਾ। 2001 ਦੇ ਵਿੱਚ ਮੈਂ ਸਰਕਾਰੀ ਨੌਕਰੀ ਤੇ ਆ ਗਿਆ। ਫਿਰ ਮੈਂ ਪਾਰਟੀ ਦੇ ਵਿੱਚ ਤਾਂ ਐਕਟਿਵ ਨਹੀਂ ਸੀ, ਲੇਕਿਨ ਮੁਲਾਜ਼ਮ ਵਿੰਗ ਬਾਮਸੇਫ ਜਿਹਨੂੰ ਪਾਰਟੀ ਹੀ ਚਲਾਉਂਦੀ ਸੀ, ਉਹਦੇ 'ਚ ਮੈਂ ਲਗਾਤਾਰ 20 ਸਾਲ 18 ਸਾਲ 5 ਮਹੀਨੇ ਕੰਮ ਕੀਤਾ ਜੀ। ਸੋ ਹੁਣ ਆਖਰੀ ਆਪਣਾ ਰੈਪਿਡ ਫਾਇਰ ਹੈ। ਪਹਿਲਾ ਸਵਾਲ ਹੈ, ਅਕਾਲੀ ਦਲ ਨੇ ਬੀਜੇਪੀ ਦੇ ਨਾਲ ਸਮਝੌਤਾ ਕਰਕੇ ਖੱਟਿਆ ਜਾਂ ਗਵਾਇਆ? ਨਹੀਂ, ਜੇ ਆਪਾਂ ਦੇਖਿਆ ਜਾਵੇ ਦੂਰਗਾਮੀ ਪੱਖ ਸਮਾਜਿਕ, ਧਾਰਮਿਕ, ਰਾਜਨੀਤਿਕ ਤੌਰ ਤੇ ਹੋ ਸਕਦਾ ਖੱਟ ਲਿਆ ਹੋਵੇ, 2-3 ਵਾਰੀ ਸਰਕਾਰ ਬਣਾ ਲਈ, ਲੇਕਿਨ ਸਮਾਜਿਕ ਔਰ ਧਾਰਮਿਕ ਔਰ ਆਰਥਿਕ ਪੱਖ ਤੋਂ ਜਿਹੜਾ ਪੰਜਾਬ ਹੈ, ਪੰਜਾਬ ਦੇ ਲੋਕਾਂ ਦਾ ਸਤਿਆਨਾਸ਼ ਹੋਇਆ ਜੀ। ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਜੇ ਗੱਠਜੋੜ ਆਉਂਦਾ ਹੈ 2022 ਦੇ ਵਿੱਚ, ਸੱਤਾ ਦੇ ਵਿੱਚ ਆਉਂਦੇ ਹੋ, ਤਾਂ CM ਕਿਹਨੂੰ ਦੇਖਣਾ ਚਾਹੁੰਦੇ ਹੋ? ਸੁਖਬੀਰ ਸਿੰਘ ਬਾਦਲ, ਜਸਵੀਰ ਸਿੰਘ ਗੜੀ? ਪਾਰਟੀਆਂ ਦਾ ਸਮਝੌਤਾ ਆ, ਭੈਣ ਕੁਮਾਰੀ ਮਾਇਆਵਤੀ ਜੀ ਦਾ ਨਿਰਦੇਸ਼ ਵਾ, ਗੱਠਜੋੜ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੀ। ਤੇ ਪੰਜਾਬ ਨੂੰ ਸਭ ਤੋਂ ਵੱਧ ਕਿਹਨੇ ਖਾਧਾ, ਨਸ਼ਾ ਜਾਂ ਮਾੜੇ ਸਿਆਸੀ ਲੀਡਰ? ਦੇਖੋ, ਪੰਜਾਬ ਨੂੰ ਸਭ ਤੋਂ ਵੱਧ ਜਿਹੜੇ ਸਿਆਸੀ ਮਾੜੇ ਲੀਡਰ ਆ ਇਹਨਾਂ ਨੇ ਖਾਧਾ, ਕਿਉਂਕਿ ਸਿਆਸੀ ਮਾੜੇ ਲੀਡਰ ਸੱਤਾ ਤੇ ਕਾਬਜ ਹੁੰਦੇ ਆ। ਸੱਤਾ ਤੇ ਕਾਬਜ ਧਿਰ ਨੇ ਦੇਖਣਾ ਨਸ਼ਾ ਚੱਲਣ ਦੇਣਾ ਕਿ ਨਹੀਂ ਚੱਲਣ ਦੇਣਾ, ਬੇਰੁਜ਼ਗਾਰੀ ਰੱਖਣ ਦੇਣੀ, ਰਹਿਣ ਦੇਣੀ ਕਿ ਨਹੀਂ ਰਹਿਣ ਦੇਣੀ, ਕਰਪਸ਼ਨ ਰਹਿਣ ਦੇਣੀ ਕਿ ਨਹੀਂ ਰਹਿਣ ਦੇਣੀ। ਅਸੀਂ ਇਹ ਇਸ ਗੱਲ ਦਾ ਵਾਅਦਾ ਕਰਦੇ ਹਾਂ ਕਿ ਸਾਡੀ ਹਕੂਮਤ 'ਚ ਕਰਪਸ਼ਨ, ਬੇਰੁਜ਼ਗਾਰੀ ਔਰ ਨਸ਼ੇ 0% ਟੋਲਰੈਂਸ ਤੇ ਹੋਣਗੇ ਜੀ। ਕਾਂਗਰਸ ਜੇ ਸੱਤਾ ਦੇ ਵਿੱਚ ਆਉਂਦੀ ਹੈ, ਵੈਸੇ ਤਾਂ ਤੁਸੀਂ ਕਹੋਗੇ ਕਿ ਸੱਤਾ ਦੇ ਵਿੱਚ ਅਸੀਂ ਆਵਾਂਗੇ, ਪਰ ਜੇ ਸੱਤਾ ਦੇ ਵਿੱਚ ਆਉਂਦੀ ਹੈ CM ਦੇ ਯੋਗ ਤੁਸੀਂ ਕਿਹਨੂੰ ਮੰਨਦੇ ਹੋ? ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਜਾਂ ਕੋਈ ਹੋਰ?
ਨਹੀਂ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਇਹਨਾਂ ਨੂੰ ਲਾਣਨਾ ਚਾਹੀਦਾ ਜੀ, ਇਹਨਾਂ ਨੇ ਹਲੇ ਤੱਕ ਲਾਣਿਆ ਕਿਉਂ ਨਹੀਂ? ਯੋਗ ਨਹੀਂ, ਇਹ ਤਾਂ ਬਾਅਦ ਦੀ ਗੱਲ ਹੈ ਜੀ, ਆਉਣਾ ਕਿ ਨਹੀਂ ਆਉਣਾ, ਲੇਕਿਨ ਚਿਹਰਾ ਤਾਂ ਲਾਣਨ ਜੀ। ਤਾਂ ਜਦੋਂ 4 ਮਹੀਨੇ ਦਲਿਤ ਚਿਹਰੇ ਦੇ ਨਾਂ ਤੇ ਕਾਂਗਰਸ ਜਿਉਂਦੀ ਹੋਣ ਦੀ ਕੋਸ਼ਿਸ਼ 'ਚ ਹੈ ਤੇ ਉਸੇ ਚਿਹਰੇ ਦੇ ਨਾਂ ਤੇ ਸੱਤਾ ਕਿਉਂ ਨਹੀਂ ਹਾਸਲ ਕਰ ਲੈਂਦੇ? ਤਾਂ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਚੰਨੀ ਨੂੰ ਲਾਣਿਆ ਜਾਵੇ ਜੀ। ਅਕਾਲੀ ਦਲ ਦੇ ਨਾਲ ਸਿਆਸੀ ਗੱਠਜੋੜ ਤੁਸੀਂ ਕੀਤਾ ਹੈਗਾ, ਨੈਤਿਕ ਤੌਰ ਤੇ ਜੇ ਦੇਖੀਏ ਨਸ਼ਾ ਤਸਕਰੀ ਕੇਸ ਦੇ ਵਿੱਚ ਫਸੇ ਹੋਏ ਨੇ ਬਿਕਰਮ ਸਿੰਘ ਮਜੀਠੀਆ, ਨੈਤਿਕ ਤੌਰ ਤੇ ਉਹ ਚੋਣ ਲੜਨ ਦੇ ਯੋਗ ਹੈਗੇ ਨੇ ਜਾਂ ਨਹੀਂ, ਜਾਂ ਲੜਨੀ ਚਾਹੀਦੀ ਹੈ ਜਾਂ ਨਹੀਂ? ਤੁਹਾਡਾ ਕੀ ਕਹਿਣਾ? ਦੇਖੋ, ਇਲੈਕਸ਼ਨ ਕਮਿਸ਼ਨ ਦਾ ਸਪਸ਼ਟ ਫਰਮਾਨ ਵਾ, ਜਿਹਨੂੰ 6 ਸਾਲ ਦੀ ਸਜ਼ਾ ਹੋ ਚੁੱਕੀ ਆ ਔਰ ਜਿਹਨੂੰ 2 ਸਾਲ ਦੀ ਸਜ਼ਾ ਹੋ ਚੁੱਕੀ ਔਰ 6 ਸਾਲ ਤੋਂ ਜ਼ਿਆਦਾ ਸਮਾਂ ਕੱਟੀ ਨੂੰ ਹੋ ਗਿਆ, ਤਾਂ ਉਹ ਇਲੈਕਸ਼ਨ ਜਿਹੜਾ ਆ ਉਹ ਲੜ ਸਕਦਾ, ਨਹੀਂ ਲੜ ਸਕਦਾ ਜੀ। ਹਲੇ ਮਜੀਠੀਆ ਸਾਹਿਬ ਤਾਂ ਇਦਾਂ ਦੀ ਕਿਸੇ ਉਹਦੇ 'ਚ ਨਹੀਂ ਫਸੇ ਹੋਏ ਜੀ, ਮੁਲਜ਼ਮ ਨੇ ਸਿਰਫ। ਸੋ ਰੈਪਿਡ ਫਾਇਰ ਖਤਮ ਹੈ, ਅਖੀਰ ਤੇ ਅਸੀਂ 1 ਮਿੰਟ ਤੁਹਾਨੂੰ ਦਿੰਦੇ ਹਾਂ ਕਿ ਤੁਸੀਂ ਦਰਸ਼ਕਾਂ ਨੂੰ ਆਪਣੇ ਵੱਲੋਂ ਕੋਈ ਵੀ ਕੁਝ ਵੀ ਗੱਲ ਜਿਹੜੀ ਕਹਿ ਸਕਦੇ ਹੋ ਦਾ ਖਾਲਸ ਟੀਵੀ ਦੇ ਮੰਚ ਤੋਂ। ਮੇਰਾ ਅੱਜ ਦੇ ਦਿਨ ਪੂਰੇ ਬਹੁਜਨ ਸਮਾਜ ਪੰਜਾਬੀਆਂ ਨੂੰ ਇਹ ਬੇਨਤੀ ਆ ਕਿ ਅਸੀਂ ਪੰਜਾਬ ਲਈ, ਪੰਜਾਬ ਦੇ ਲੋਕਾਂ ਲਈ ਲੜਨਾ ਚਾਹੁੰਦੇ ਆ। ਪੰਜਾਬ ਦੀ ਬਣਾਈ ਹੋਈ ਸਾਹਿਬ ਕਾਂਸ਼ੀ ਰਾਮ ਜੀ ਦੀ ਪਾਰਟੀ ਆ, ਜਿਹੜੀ ਪਾਰਟੀਆਂ ਕਾਂਗਰਸ ਹੈ ਦਿੱਲੀ ਤੋਂ ਚੱਲਦੀ ਆ, ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਦੀ ਆ, ਭਾਰਤੀ ਜਨਤਾ ਪਾਰਟੀ ਦਿੱਲੀ ਤੋਂ ਚੱਲਦੀ ਆ। ਅੱਜ ਪੰਜਾਬ ਨੂੰ ਚਲਾਉਣ ਵਾਲੀਆਂ 2 ਪਾਰਟੀਆਂ, ਦੋਹਾਂ ਦਾ ਗੱਠਜੋੜ ਹੈ। ਦੋਨੋਂ ਹੀ ਪਾਣੀ ਬਾਣੀ ਗ੍ਰੰਥ ਪੰਜਾਬ ਨੂੰ ਮੰਨਣ ਵਾਲੀਆਂ ਪਾਰਟੀਆਂ ਨੇ। ਪੰਜਾਬੀਆਂ ਨੂੰ ਅਪੀਲ ਹੈ ਉਹ ਸਾਡਾ ਸਾਥ ਦੇਣ, ਸਾਡਾ ਸਮਰਥਨ ਕਰਨ ਜੀ। ਦਾ ਖਾਲਸ ਟੀਵੀ ਤੋਂ ਤੁਹਾਨੂੰ ਅਸੀਂ ਸਾਰਿਆਂ ਨੂੰ ਸ਼ੁਭ ਇਸ਼ਾਵਾਂ ਦਿੰਦੇ ਹਾਂ। ਤੁਹਾਡੀ ਪਾਰਟੀ ਨੂੰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।